स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਸੂਬੇ ਦੀਆਂ ਵਿਰੋਧੀ ਧਿਰਾਂ ਸਰਕਾਰ ਨੂੰ ਘੇਰਨ ਦੀ ਤਿਆਰੀ ਦੇ ਵਿੱਚ ਨੇ ਵੱਖ-ਵੱਖ ਮੁੱਦਿਆਂ ਤੇ ਬਿਗੁਲ ਵਜਾ ਦਿੱਤਾ ਹੈ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਆਮ ਆਦਮੀ ਪਾਰਟੀ ਹੋਵੇ। ਪਰ ਇਦਾਂ ਲੱਗਦਾ ਹੈ ਕਿ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਜਾਂ ਸਰਕਾਰ ਪਰਵਾਹ ਨਹੀਂ ਕਰਦੀ। ਸਰਕਾਰ ਉਸੇ ਮਸਤ ਤਰੀਕੇ ਦੇ ਨਾਲ ਚੱਲ ਰਹੀ ਹੈ, ਪਰ ਵਿਰੋਧੀ ਧਿਰਾਂ ਸੜਕਾਂ ਤੇ ਉਤਰ ਰਹੀਆਂ ਨੇ ਕਿਉਂਕਿ ਲੋਕਾਂ ਦੇ ਮੁੱਦੇ ਬਹੁਤ ਵੱਡੇ ਨੇ, ਭਾਵੇਂ ਉਹ ਬਿਜਲੀ ਮਹਿੰਗੀ ਕਰਨ ਦਾ ਮੁੱਦਾ ਹੋਵੇ, ਨਸ਼ਿਆਂ ਦਾ ਮੁੱਦਾ ਹੋਵੇ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋਵੇ ਜਾਂ ਐਸਸੀਬੀਸੀ ਬੱਚਿਆਂ ਦੇ ਜਿਹੜੇ ਵਜ਼ੀਫੇ ਨੇ ਉਹਨਾਂ ਦਾ ਮੁੱਦਾ ਹੋਵੇ। ਅਜਿਹੇ ਮੁੱਦੇ ਬੜੇ ਗੰਭੀਰ ਹੁੰਦੇ ਨੇ ਔਰ ਇਹਨਾਂ ਨੂੰ ਉੱਚਾ ਚੁੱਕਣ ਦਾ ਜਾਂ ਇਹਨਾਂ ਨੂੰ ਹੱਲ ਕਰਾਉਣ ਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਵਿਰੋਧੀ ਧਿਰਾਂ ਦੀ ਹੁੰਦੀ ਹੈ। ਪਰ ਕੀ ਵਿਰੋਧੀ ਧਿਰਾਂ ਨੂੰ ਆਮ ਜਨਤਾ ਦਾ ਇਹਨਾਂ ਮੁੱਦਿਆਂ ਤੇ ਸਾਥ ਮਿਲਦਾ ਹੈ? ਇਹ ਇੱਕ ਵੱਡੀ ਗੱਲ ਹੁੰਦੀ ਹੈ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਿੰਦੇ ਹਾਂ, ਫਿਰ ਅੱਗੇ ਵਧਦੇ ਹਾਂ। ਚਰਨਜੀਤ ਸਿੰਘ ਬਰਾੜ ਸਾਹਿਬ ਮੌਜੂਦ ਨੇ, ਬੁਲਾਰੇ ਸ਼੍ਰੋਮਣੀ ਅਕਾਲੀ ਦਲ ਦੇ, ਇਕਬਾਲ ਸਿੰਘ ਜੀ ਬੁਲਾਰੇ ਆਮ ਆਦਮੀ ਪਾਰਟੀ ਦੇ, ਤਰਲੋਚਨ ਸਿੰਘ ਜੀ ਸੀਨੀਅਰ ਪੱਤਰਕਾਰ ਨੇ, ਨਛੱਤਰ ਸਿੰਘ ਜੀ ਬੈਦਵਾਨ ਨੇ, ਆਗੂ ਨੇ, ਕਿਸਾਨ ਆਗੂ ਨੇ, BKU ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਅਸੀਂ ਕੋਸ਼ਿਸ਼ ਬੜੀ ਕੀਤੀ ਕਿ ਕਾਂਗਰਸ ਪਾਰਟੀ ਦਾ ਕੋਈ ਨੁਮਾਇੰਦਾ ਆਵੇ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਆਵੇ, ਸਿਰਫ ਉਹਨਾਂ ਕੋਲ ਰੱਟੇ ਰਟਾਏ ਜਵਾਬ ਹੈ ਕਿ ਸਾਨੂੰ ਹਲੇ ਮਨਾਈ ਹੈ ਕਿ ਮੈਨੂੰ ਲੱਗਦਾ ਕਿ ਇਲੈਕਸ਼ਨ ਦਾ ਹਜੇ ਝਟਕੇ ਤੋਂ ਉਭਰੇ ਨਹੀਂ ਨੇ, ਉਸ ਝਟਕੇ ਦੇ ਵਿੱਚ ਹੀ ਨੇ। ਹਲੇ ਤੱਕ ਉਹਨਾਂ ਨੇ ਕਿਸੇ ਵੀ ਚੈਨਲ ਤੇ ਜਾਣ ਤੋਂ ਮਨਾਈ ਹੈ ਕਿਸੇ ਵੀ ਸਪੋਕਸਪਰਸਨ। ਮੈਂ ਸ਼ੁਰੂਆਤ ਬਰਾੜ ਸਾਹਿਬ ਤੁਹਾਡੇ ਤੋਂ ਕਰਾਂਗਾ। ਅੱਜ ਇੱਕ ਵੱਡਾ ਇਕੱਠ ਮੋਗੇ ਤੁਸੀਂ ਕੀਤਾ, ਧਰਨਾ ਪ੍ਰਦਰਸ਼ਨ ਕੀਤਾ ਵੱਖ-ਵੱਖ ਮੁੱਦਿਆਂ ਦੇ ਉੱਤੇ। ਉਹਨਾਂ ਦੇ ਵਿੱਚੋਂ ਬਿਜਲੀ ਦਾ ਮੁੱਦਾ ਵੀ ਬੜਾ ਵੱਡਾ ਹੈ, ਬਾਕੀ ਸਾਰੇ ਮੁੱਦੇ ਵੱਡੇ ਨੇ। ਮੈਂ ਇੱਕ ਇੱਕ ਕਰਕੇ ਮੁੱਦਿਆਂ ਤੇ ਆਵਾਂਗਾ, ਪਰ ਤੁਹਾਨੂੰ ਨਹੀਂ ਲੱਗਦਾ ਕਿ ਬੜਾ ਜ਼ਰੂਰੀ ਹੁੰਦਾ ਕਿ ਆਮ ਲੋਕਾਂ ਦਾ ਸਾਥ ਜ਼ਰੂਰ ਹੋਵੇ? ਅੱਜ ਦੇ ਤੁਹਾਡੇ ਧਰਨੇ ਦੇ ਵਿੱਚ ਕੀ ਲੋਕਾਂ ਦਾ ਸਾਥ ਤੁਹਾਨੂੰ ਮਿਲਿਆ? ਕਿਉਂਕਿ ਵਿਰੋਧੀ ਧਿਰਾਂ ਇਹ ਕਹਿ ਰਹੀਆਂ ਨੇ ਜਾਂ ਸੱਤਾਧਾਰੀ ਧਿਰ ਇਹ ਕਹਿ ਰਹੀ ਹੈ ਕਿ ਸਿਰਫ ਅਕਾਲੀ ਦਲ ਦਾ ਇਕੱਠ ਸੀਗਾ, ਲੋਕਾਂ ਦਾ ਕੋਈ ਸਾਰੋਕਾਰ ਨਹੀਂ ਇਹਨਾਂ ਚੀਜ਼ਾਂ ਨਾਲ। ਦੇਖੋ, ਮੈਂ ਇੱਕ ਗੱਲ ਕਹਾਂ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਾਰਟੀ ਆ ਔਰ ਜਿਹੜੇ ਉਹਦੇ 'ਚ ਲੋਕ ਆ ਉਹ ਪੰਜਾਬ ਦੇ ਹੀ ਨੇ ਔਰ ਪੰਜਾਬ ਦੀਆਂ ਵੋਟਾਂ ਦਾ ਹੀ ਉਹ ਹਿੱਸਾ ਨੇ। ਚਲੋ ਖੈਰ, ਜੇ ਸੱਤਾਧਾਰੀ ਧਿਰ ਜਾਂ ਕੋਈ ਹੋਰ ਕੋਈ ਧਿਰ ਇਸ ਗੱਲ ਤੇ ਕਹਿੰਦੀ ਹੈ ਕਿ ਉਹਨਾਂ ਦਾ ਹੀ ਇਕੱਠ ਸੀ, ਤਾਂ ਗੱਲ ਮੁੱਖ ਇਹ ਹੈਗੀ ਹੈ ਕਿ ਜਿਹੜੇ ਲੋਕਾਂ ਦੇ ਮੁੱਦੇ ਨੇ, ਭਾਵੇਂ ਲਾਅ ਐਂਡ ਆਰਡਰ ਦੀ ਸਥਿਤੀ ਹੈ, ਭਾਵੇਂ ਚੋਣ ਮੈਨੀਫੈਸਟੋ ਨੂੰ ਲਾਗੂ ਕਰਾਉਣ ਦੀ ਸਥਿਤੀ ਹੈ, ਭਾਵੇਂ ਬਿਜਲੀ ਦੇ ਰੇਟਾਂ ਦੀ ਹੈ, ਭਾਵੇਂ ਖਾਸ ਕਰਕੇ ਅੱਜ ਕੱਲ੍ਹ ਜਿਹੜੇ ਸਿਆਸੀ ਪੱਧਰ ਤੇ ਨੀਲੇ ਕਾਰਡਾਂ ਦੀ ਗੱਲ ਚੱਲ ਰਹੀ ਹੈ ਉਹਦੀ ਹੈ, ਭਾਵੇਂ ਝੂਠੇ ਪਰਚਿਆਂ ਦੀ ਸਿਆਸਤ ਹੈ, SCBC ਸਕਾਲਰਸ਼ਿਪ ਦੀ ਗੱਲ ਹੈ ਜਾਂ ਨਸ਼ਿਆਂ ਦਾ ਮੁੱਦਾ ਹੈ, ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਨਤਾ ਦੀ ਕਚਹਿਰੀ ਦੇ ਵਿੱਚ ਅਸੀਂ ਗਏ ਹਾਂ। ਘੱਟੋ ਘੱਟ ਸਰਕਾਰ ਦਾ ਕੋਈ ਧਿਆਨ ਤਾਂ ਖਿੱਚਿਆ ਜਾਵੇ ਨਾ। ਆ ਇੱਕ ਦੋ ਦਿਨਾਂ ਦਾ ਲੱਗਿਆ ਵੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਮੀਟਿੰਗਾਂ ਕੀਤੀਆਂ। ਵਿਰੋਧੀ ਧਿਰ ਦਾ ਕੰਮ ਕੀ ਹੈ ਕਿ ਸਰਕਾਰ ਨੂੰ ਜਗਾਉਣਾ, ਜਿਹੜੇ ਕੰਨ ਤੋਂ ਫੜ ਕੇ ਜਗਾਈ ਦੀ ਉੱਥੋਂ ਹੀ ਜਗਾਈਏ। ਇਸ ਕਰਕੇ ਅਸੀਂ ਧਰਤੀ ਤੋਂ ਇਹ ਜਿਹੜੇ 3 ਧਰਨੇ ਪਹਿਲਾਂ ਅਸੀਂ ਸਿਰਫ ਅਨਾਉਂਸ ਕੀਤੇ ਆ। ਮੋਗਾ 17 ਤਰੀਕ ਨੂੰ ਪਟਿਆਲੇ ਔਰ 23 ਦਸੰਬਰ ਨੂੰ ਗੁਰਦਾਸਪੁਰ ਹੈ। ਉਮੀਦ ਹੈ ਜਨਤਾ ਦੇ ਰੋਹ ਨੂੰ ਜਾਂ ਜਨਤਾ ਦੀ ਆਵਾਜ਼ ਨੂੰ ਜਦੋਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਵਾਂਗੇ ਤੇ ਕੋਈ ਨਾ ਕੋਈ ਇਹਦੇ 'ਚ ਸੁਧਾਰ ਸਰਕਾਰ ਜਿਹੜੀ ਹੈ ਉਹ ਲਿਆਊਗੀ। ਇਸੇ ਉਮੀਦ ਨਾਲ ਅਸੀਂ ਬਰਾੜ ਸਾਹਿਬ, ਜਦੋਂ ਤੁਸੀਂ ਸੱਤਾਧਾਰੀ ਧਿਰ ਰਹੀ ਹੈ 10 ਸਾਲ, ਇਹ ਬੜਾ ਯਕੀਨਨ ਤੌਰ ਤੇ ਹੁੰਦਾ ਹੀ ਰਹਿੰਦਾ, ਅਮੂਮਨ ਹੁੰਦਾ ਕਿ ਜਦੋਂ ਵੀ ਕੋਈ ਐਲੀਗੇਸ਼ਨ ਲਾਇਆ ਜਾਂਦਾ ਤਾਂ ਉਹ ਕਹਿੰਦੇ ਨੇ ਕਿ ਇਹ ਪਿੱਛੋਂ ਤੁਰੀ ਆ ਰਹੀ ਰਵਾਇਤ ਹੈ, ਇਸ ਨੂੰ ਖਤਮ ਕਰਨ ਦੇ ਲਈ ਥੋੜਾ ਟਾਈਮ ਲੱਗੇਗਾ। ਭਾਵੇਂ ਨਸ਼ਿਆਂ ਦੀ ਗੱਲ ਹੋ ਜੇ, ਭਾਵੇਂ ਬਿਜਲੀ ਦੇ ਰੇਟਾਂ ਦਾ ਠੀਕਰਾ ਤੁਹਾਡੇ ਸਿਰ ਪੰਦੇ ਨੇ ਕਿ ਤੁਸੀਂ ਅਜਿਹੇ ਸਮਝੌਤੇ ਕਰ ਗਏ ਹੋ ਜਿਹੜੇ ਠੀਕ ਹੀ ਨਹੀਂ ਕੀਤੇ ਜਾ ਸਕਦੇ, ਇਸੇ ਕਰਕੇ ਬਿਜਲੀ ਦੇ ਰੇਟ ਵੱਧ ਨੇ। ਮੈਂ ਇੱਕ ਗੱਲ ਕਹਾਂ ਹਰਪ੍ਰੀਤ ਜੀ, ਮੈਂ ਥੋੜਾ ਜਿਹਾ ਪੰਜਾਬ ਦੇ ਲੋਕਾਂ ਨੂੰ ਰਿਮਾਈਂਡ ਕਰਾ ਦਿਆਂ। ਵੈਸੇ ਪਹਿਲਾਂ ਵੀ ਬਹੁਤ ਵਾਰੀ ਦੱਸੀ ਹੈ, 2007 ਤੋਂ ਪਹਿਲਾਂ 6201 ਮੈਗਾਵਾਟ ਬਿਜਲੀ ਪੈਦਾ ਹੁੰਦੀ ਸੀ ਤੇ ਇਹਨਾਂ 10 ਸਾਲਾਂ ਦੇ ਵਿੱਚ 12392 ਮੈਗਾਵਾਟ। ਆਜ਼ਾਦੀ ਤੋਂ ਬਾਅਦ 60-62 ਸਾਲਾਂ ਦੇ ਵਿੱਚ ਜਿੰਨੀ ਬਿਜਲੀ ਪੈਦਾ ਹੁੰਦੀ ਸੀ ਉਨੀ 10 ਸਾਲਾਂ ਦੇ ਵਿੱਚ ਕੀਤੀ ਹੈ। ਔਰ 12-12 14-14 ਘੰਟੇ ਦੇ ਕੱਟ ਜਿਹੜੇ ਪੰਜਾਬ ਦੇ ਲੋਕ ਜਿਹੜੇ ਸੀ ਹੰਡਾਉਂਦੇ ਸੀ, ਉਸ ਚੀਜ਼ ਦੇ ਵਿੱਚੋਂ ਸਾਡੀ ਸਰਕਾਰ ਨੇ, ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸੋਚ ਨੇ ਉਹਨੂੰ ਬਾਹਰ ਕੱਢਿਆ। ਪਰ ਉਦੋਂ ਅੱਗੇ ਸਰਕਾਰ ਨੇ ਜੋ ਕੁਝ ਸਾਂਭਣਾ ਸੀ, ਜਦੋਂ ਸੱਤਾ ਧਿਰ ਤੋਂ ਬਾਹਰ ਸੀ ਕਾਂਗਰਸ ਪਾਰਟੀ, ਜਿਵੇਂ ਅੱਜ ਆਮ ਆਦਮੀ ਪਾਰਟੀ ਵੀ ਗੱਲ ਕਰ ਰਹੀ ਹੈ, ਉਸ ਵੇਲੇ ਕਾਂਗਰਸ ਵੀ ਇਹਨਾਂ ਦੇ ਨਾਲ ਸੀ। ਉਸ ਵੇਲੇ ਗੱਲਾਂ ਹੋਰ ਕਰਦੇ ਸੀ। ਜੇ ਇਹਨਾਂ ਨੂੰ ਲੱਗਦਾ ਹੈ ਕੁਝ ਗਲਤ ਹੈ ਤਾਂ ਇਹਨਾਂ ਕੋਲੇ ਸਰਕਾਰ ਹੈ, ਇਹ ਇਨਕੁਆਇਰੀ ਕਰਾਉਣ। ਇਹਨਾਂ ਕੋਲੇ ਸਰਕਾਰ ਹੈ, ਉਹ MOU ਤੋੜ ਦੇਣ। ਇਹਨਾਂ ਨੇ ਤਾਂ ਉਲਟਾ ਹੋਰ ਕੰਮ ਕਰਤਾ। ਜਿਹੜੇ ਸਰਕਾਰੀ ਥਰਮਲ ਪਲਾਂਟ ਸੀਗੇ ਸਗੋਂ ਦੀ ਉਹ ਵੀ ਬੰਦ ਕਰਤੇ ਇਹਨਾਂ ਨੇ, ਤਾਂ ਸਾਡੇ ਕੀਤੇ ਕੰਮ ਤੋਂ ਉਲਟਾ ਗਾਂ ਹੋਰ ਪਾਸੇ ਦਿੱਤਾ ਜਾ ਰਿਹਾ ਕਿ ਤੁਸੀਂ ਐਗਜ਼ਿਟ ਦਾ ਕਲੌਜ਼ ਹੀ ਨਹੀਂ ਕੋਈ ਛੱਡਿਆ, ਅਸੀਂ ਮੁੜ ਹੀ ਨਹੀਂ ਸਕਦੇ ਜਿਹੜੇ ਤੁਸੀਂ ਸਮਝੌਤੇ ਕੀਤੇ ਨੇ। ਮੇਰੀ ਇੱਕ ਬੇਨਤੀ ਹੈ, ਜਿਹੜੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਦੀ ਨਾ ਮੰਨ ਕੇ 1.5 2 ਮਹੀਨੇ ਮੰਤਰੀ ਨਾ ਜੁਆਇਨ ਕਰੇ ਮਹਿਕਮਾ, ਉੱਥੇ ਕੀ ਆਸ ਰੱਖ ਸਕਦੇ ਆ? ਅਸੀਂ ਬਿਜਲੀ ਸਰਪਲਸ ਕੀਤੀ ਸੀ, ਇਹਨਾਂ ਨੂੰ ਵੇਚਿਆ ਜਾ ਸਕਦਾ ਹੈ। ਜੇ ਮੰਨ ਲਓ ਮਾੜੇ ਮੋਟੇ ਘੱਟ ਰੇਟ ਤੇ ਜੇ 4 ਰੁਪਏ ਪੈਂਦੀ ਹੈ ਸਾਨੂੰ, ਤੇ ਜੇ 3.5 ਵੀ ਵੇਚਦੀ ਹੈ ਤਾਂ ਘਾਟਾ ਤਾਂ 50 ਪੈਸੇ ਦਾ ਹੀ ਹੋਇਆ ਨਾ। ਇਹ ਕਹਿੰਦੇ ਆ ਬੰਦ ਕਰ ਦਿਓ, ਇਹ ਕੋਈ ਤਰੀਕਾ ਥੋੜਾ ਹੈਗਾ। ਸਰਕਾਰ ਦੇ ਵਿੱਚ ਮਿਸਮੈਨੇਜਮੈਂਟ ਹੈ। ਬਿਜਲੀ ਦੀ ਛੱਡ ਦਿਓ, ਤੁਸੀਂ ਟੈਕਸਾਂ ਦੀ ਵਿੱਚ ਕਿਵੇਂ ਕਮੀ ਆਈ ਹੈ। ਆ ਥਾਣਿਆਂ ਦੇ ਵਿੱਚ ਕੀ ਹੋ ਰਿਹਾ, SHO ਕੁੱਟੇ ਜਾ ਰਹੇ ਨੇ। ਆ ਪਰਸੋਂ ਚੌਥੇ ਮੈਂ ਫਿਰੋਜ਼ਪੁਰ ਗਿਆ, ASI ਖੜਾ ਆਪਦੇ ਨਾਕੇ ਤੇ ਫੋਨ ਸੁਣ ਰਿਹਾ ਤੇ ਝਪਟ ਮਾਰ ਵਰਦੀ ਧਰੀ ASI ਤੋਂ ਫੋਨ ਖੋ ਕੇ ਲੈ ਗਏ। ਆਹ ਤੇ ਹਾਲ ਹੈ ਸਾਡੀ ਸਰਕਾਰ ਦਾ। ਕੀ ਕਰੋਗੇ ਤੁਸੀਂ? ਇਸ ਕਰਕੇ ਮੈਂ ਸਮਝਦਾ ਸਰਕਾਰ ਦਾ ਕੋਈ ਸਰਕਾਰ ਚਲਾਉਣ ਵਾਲੇ ਪਾਸੇ
ਧਿਆਨ ਨਹੀਂ ਹੈ ਤੇ ਜੇ ਬੇਧਿਆਨੀ ਹੋਵੇ ਤਾਂ ਇਹ ਦੂਜੇ ਤੇ ਠਿਕਰਾ ਫੋੜਨਾ ਫਿਰ ਜਿਹੜਾ ਹੈਗਾ ਇਹ ਸੌਖਾ ਹੀ ਹੈ ਤੇ ਜੇ ਨਹੀਂ ਠੀਕ ਹੁੰਦੀ ਤਾਂ ਫਿਰ ਭਾਈ ਛੱਡ ਦਿਓ, ਤੁਸੀਂ ਕੋਈ ਹੋਰ ਕਰ ਲੂਗਾ। ਠੀਕ ਹੈ। ਇਕਬਾਲ ਸਿੰਘ ਜੀ, ਆਮ ਆਦਮੀ ਪਾਰਟੀ ਵੀ ਮੋਰਚਾ ਲਾਉਣ ਦੀ ਤਿਆਰੀ ਦੇ ਵਿੱਚ ਹੈਗੀ ਹੈ, ਖਾਸ ਤੌਰ ਤੇ ਬਿਜਲੀ ਦੇ ਵੱਧਦੇ ਰੇਟਾਂ ਹੋਤੇ ਤੁਸੀਂ ਕਹਿ ਰਹੇ ਹੋ ਕਿ ਸੰਘਰਸ਼ ਵਿੱਢਿਆ ਜਾਏਗਾ, ਹਾਲਾਂਕਿ ਗੱਲਾਂ ਹੀ ਕਾਫੀ ਚਿਰ ਤੋਂ ਅਸੀਂ ਸੁਣ ਰਹੇ ਹਾਂ ਉਹ ਸੰਘਰਸ਼ ਹੋਵੇਗਾ, ਔਰ ਵਾਰ-ਵਾਰ ਇਹ ਹਵਾਲਾ ਦਿੱਤਾ ਜਾਂਦਾ ਹੈ ਕਿ ਦਿੱਲੀ ਦੀ ਉਦਾਹਰਨ ਦਿੱਤੀ ਜਾਂਦੀ ਹੈ ਪੰਜਾਬ ਦੇ ਨਾਲ ਕੰਪੈਰੀਜ਼ਨ ਕਰਕੇ ਕਿ ਦਿੱਲੀ ਦੇ ਰੇਟ ਦੇਖ ਲਓ ਤੇ ਪੰਜਾਬ ਦੇ ਰੇਟ ਦੇਖ ਲਓ। ਬਾਕੀ ਇਹ ਮੰਨਣ ਵਾਲੀ ਗੱਲ ਹੈ ਕਿ ਬਿਜਲੀ ਦੇ ਰੇਟ ਜਿਹੜੇ ਪੰਜਾਬ ਦੇ ਵਿੱਚ ਨੇ ਉਹ ਮਾਰਨ ਵਾਲੀ ਗੱਲ ਹੋਈ ਪਈ ਹੈ ਜਿਹੜੇ ਲੋਕਾਂ ਤੱਕ। ਹੁਣ ਇਹ ਜਿਹੜਾ ਤੁਸੀਂ ਸੰਘਰਸ਼ ਵਿੱਢੋਗੇ, ਇਹ ਸੰਘਰਸ਼ ਕਿਸ ਟਾਈਪ ਦਾ ਹੋਏਗਾ? ਆਮ ਲੋਕਾਂ ਨੂੰ ਕੀ ਫਰਕ ਪੈਣਾ? ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰੀ ਦਰਬਾਰੀ ਆਵਾਜ਼ ਜਾਏਗੀ ਤੇ ਰੇਟ ਘੱਟ ਹੋਣਗੇ? ਨਹੀਂ ਦੇਖੋ, ਸਾਡਾ ਲੋਕਾਂ ਨੂੰ ਜਗਾਉਣ ਦਾ ਮਕਸਦ ਹੈਗਾ ਵੀ ਲੋਕਾਂ ਨਾਲ ਜਿਹੜਾ ਧੱਕਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕੀਤਾ, ਚਾਹੇ ਉਹ ਅਕਾਲੀ ਦਲ ਹੈ ਚਾਹੇ ਕਾਂਗਰਸ ਹੈ, ਉਹ ਲੋਕਾਂ ਦੇ ਸਾਹਮਣੇ ਰੱਖੀਏ। ਅਕਾਲੀ ਦਲ ਨੇ ਜਿਹੜੇ ਸਮਝੌਤੇ ਬੜੇ ਲੋਕ ਹਿੱਤ ਤੋਂ ਢਾਹ ਲਾਉਣ ਵਾਲੇ, ਲੋਕ ਹਿੱਤ ਨੂੰ ਢਾਹ ਲਾਉਣ ਵਾਲੇ ਸਮਝੌਤੇ ਕੀਤੇ ਹੈਗੇ। ਲੋਕ ਹਿੱਤ 'ਚ ਰਹਿ ਕੇ ਸਮਝੌਤੇ ਕਰਦਾ ਕੋਈ ਵੀ ਬੰਦਾ, ਦੇਖੋ ਤੁਸੀਂ ਐਵੇਂ ਕਰ ਲਓਗੇ, ਲੋਕਾਂ ਨੂੰ ਪੁੱਛਿਆ ਤੱਕ ਨਹੀਂ, ਕੋਈ ਓਪਨ ਬਿਡ ਨਹੀਂ ਕੀਤੀ, ਕੋਈ ਤੁਸੀਂ ਸੰਸਦ 'ਚ ਜਦੋਂ ਜਿੱਥੇ ਲੋਕਾਂ ਦੀ ਜੇਬ ਦਾ ਸਵਾਲ ਹੈ ਤੁਸੀਂ ਸੰਸਦ 'ਚ ਬਹਿਸ ਕਰਾਓ, ਜੇ ਉੱਥੇ ਤੁਹਾਡੀ ਕੋਈ ਸਹਿਮਤੀ ਬਣਦੀ ਤਾਂ ਕਰੋ। ਤੁਸੀਂ ਇੱਕ ਆਪਣਾ ਐਗਰੀਮੈਂਟ ਕਰ ਲੈਂਦੇ ਆ, ਤੁਸੀਂ ਦੱਸੋ ਮੈਨੂੰ ਲੋਕ ਹਿੱਤ ਦੇ ਖਿਲਾਫ ਜੇ ਕੋਈ ਕਾਨੂੰਨ ਵੀ ਬਣਦਾ ਉਹਨੂੰ ਵੀ ਚੈਲੰਜ ਕੀਤਾ ਜਾ ਸਕਦਾ, ਇਹ ਤਾਂ ਐਗਰੀਮੈਂਟ ਹੈ। ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਹਨੂੰ ਰੱਦ ਕਰੋ ਜੇ ਨਹੀਂ ਸਰਕਾਰ ਮੰਨਦੀਆਂ ਕੰਪਨੀਆਂ। ਇਹ ਕੋਈ ਖੁਦਾ ਦਾ ਫਰਮਾਨ ਥੋੜੀ ਹੈਗਾ ਵੀ ਤੁਸੀਂ MOU ਸਾਈਨ ਕਰ ਲਿਆ ਉਹਨੂੰ ਰੱਦ ਨਹੀਂ ਹੋ ਸਕਦਾ। ਜਦ ਜਿੱਥੇ ਲੋਕ ਹਿੱਤਾਂ ਨੂੰ ਢਾਲ ਲੱਗਦੀ ਹੈ ਉੱਥੇ ਕੋਰਟ 'ਚ ਵੀ ਨਹੀਂ ਉਹ ਖੜ ਸਕਦੇ ਹੈਗੇ ਉਹ। ਇਸ ਕਰਕੇ ਬਿਲਕੁਲ ਡਰਨਾ ਨਹੀਂ ਚਾਹੀਦਾ। ਅਸੀਂ ਲੋਕਾਂ ਨੂੰ ਕਹਿੰਦੇ ਵੀ ਲੋਕਾਂ ਨੂੰ ਲੁੱਟਣ ਦਾ ਕੰਮ ਇਹਨਾਂ ਨੇ ਕੀਤਾ ਹੈਗਾ, ਇਸ ਕਰਕੇ ਲੋਕਾਂ ਨੂੰ ਦੱਸਣਾ ਵੀ ਸਮੇਂ-ਸਮੇਂ ਦੀ ਸਰਕਾਰਾਂ ਨੇ ਕਿਵੇਂ ਤੁਹਾਡੇ ਨਾਲ ਧੱਕਾ ਕੀਤਾ, ਤੁਹਾਡੀਆਂ ਕਿਵੇਂ ਜੇਬਾਂ ਕੱਟੀਆਂ। ਇਸ ਕਰਕੇ ਅੱਗੇ ਵਾਸਤੇ ਤੁਸੀਂ ਆਪਣਾ ਇੱਕ ਗੱਲ ਦੱਸੋ, ਜੇ ਸਮਝੌਤੇ ਕੁਝ ਗਲਤ ਹੋਏ ਨੇ ਤਾਂ ਲਗਭਗ 2.5 ਸਾਲ ਹੋ ਚੁੱਕਿਆ ਹੈ, ਪਾਰਟੀ ਬਦਲ ਚੁੱਕੀ ਹੈ, ਸੱਤਾ ਧਿਰ ਬਦਲ ਚੁੱਕੀ ਹੈ, ਤੇ 2.5 ਸਾਲਾਂ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਲੱਗਿਆ ਕਿ ਸਮਝੌਤੇ ਗਲਤ ਨੇ, ਇਹ ਖਤਮ ਕਰਨੇ ਚਾਹੀਦੇ ਨੇ? ਕਿਉਂ ਫਿਰ ਉਹ ਕੰਟੀਨਿਊ ਚੱਲ ਰਿਹਾ ਸਭ ਕੁਝ? ਨਹੀਂ ਦੇਖੋ, ਅਸੀਂ ਤਾਂ ਕਹਿੰਦੇ ਵੀ ਆਡਿਟ ਕਰਾਓ, ਪਤਾ ਲੱਗੇ ਕਿਹਨੂੰ ਕਿਹਨੂੰ ਹਿੱਸੇ ਜਾ ਰਹੇ, ਆਡਿਟ ਰਿਪੋਰਟ ਸਾਰਾ ਸਾਹਮਣੇ ਆਊਗਾ ਤਾਂ ਕਿ ਹੋਰ ਲੋਕਾਂ ਨੂੰ ਪਤਾ ਲੱਗੇ ਵੀ ਹਾਂ ਇਹਦੇ 'ਚ ਕਿਹਦੀ ਹਿੱਸੇਦਾਰੀ ਹੈ, ਕਿਹਨੂੰ ਪੈਸਾ ਜਾ ਰਿਹਾ। ਕਿਉਂਕਿ ਤੁਸੀਂ ਦੇਖੋ ਜਦੋਂ ਮਹਾਰਾਸ਼ਟਰ 'ਚ 35 ਪੈਸੇ ਯੂਨਿਟ ਦਾ ਰੇਟ ਸੀ, ਜਦੋਂ 8 ਰੁਪਏ ਉਹਨਾਂ ਨੇ ਐਨਰੋਨ ਨਾਲ ਬੰਨਿਆ, ਇੱਥੇ 2.5-3 ਰੁਪਏ ਆਮ ਮਾਰਕੀਟ 'ਚੋਂ ਮਿਲਦਾ, ਤੁਸੀਂ 6 ਰੁਪਏ ਬੰਨਿਆ। ਕਿਤੇ ਨਾ ਕਿਤੇ ਪ੍ਰੋਫਿਟ ਕਿਸੇ ਨੂੰ ਤਾਂ ਸ਼ੇਅਰ ਹੋਰ ਜਾ ਰਿਹਾ ਨਾ ਇਹਦਾ। ਜੇ ਆਡਿਟ ਕਰਾਉਣ ਸਰਕਾਰ ਕਰਾਵੇ ਤਾਂ ਸਾਰੇ ਫੜੇ ਜਾਣਗੇ। ਪਹਿਲਾਂ ਕਿਹਨੂੰ ਜਾਂਦਾ ਸੀ, ਹੁਣ ਸਰਕਾਰ ਦੇ ਕਿਹਨੂੰ ਜਾਂਦਾ, ਸਭ ਫੜੇ ਜਾਣਗੇ। ਇਸ ਕਰਕੇ ਇਹ ਸਰਕਾਰਾਂ ਕਰਾਉਂਦੀਆਂ ਨਹੀਂ, ਇਹ ਚਾਹੁੰਦੀਆਂ ਹੀ ਨਹੀਂ ਹੈ ਵੀ ਲੋਕਾਂ ਨੂੰ ਲੁੱਟ ਹੋ ਹੀ ਜਾਣ। ਕਿਉਂਕਿ 500 ਕਰੋੜ ਜਦੋਂ ਪ੍ਰਸ਼ਾਂਤ ਕਿਸ਼ੋਰ ਵਰਗੇ ਨੂੰ ਤੁਸੀਂ ਦਓਗੇ, ਉਹ ਕਿੱਥੋਂ ਵਸੂਲਣਾ? ਲੋਕਾਂ ਦੀ ਜੇਬ ਕੱਟ ਕੇ ਵਸੂਲਣਾ ਨਾ। ਇਹਨਾਂ ਨੂੰ ਕੀ ਲੋੜ ਪਈ ਹੈ? ਪਾਉਂਦੇ ਰੌਲਾ ਪਾਈ ਜਾਣੇ। ਇਹਨਾਂ ਨੂੰ ਪਤਾ ਵੀ ਅਗਲੀ ਵਾਰ ਟਰਮ ਆਉਣੀ ਨਹੀਂ ਸਾਡੀ, ਜਿਹੜਾ ਲੁੱਟਣਾ ਇਹ 5 ਸਾਲਾਂ 'ਚ ਲੁੱਟਣਾ। ਇਸ ਕਰਕੇ ਇਹਨਾਂ ਨੂੰ ਕੋਈ ਪਰਵਾਹ ਹੈ ਨਹੀਂ। ਸਾਡਾ ਕੰਮ ਹੈ ਵੀ ਲੋਕਾਂ ਨੂੰ ਜਾਗਰੂਕ ਕਰਨਾ ਵੀ ਬਚੋ ਇਹੋ ਜਿਹੇ ਲੋਕਾਂ ਤੋਂ। ਇਸ ਕਰਕੇ ਹੋਰ ਅਸੀਂ ਤਾਂ ਰੌਲਾ ਪਾਉਂਦੇ। ਅੱਛਾ ਚਲੋ ਠੀਕ ਹੈ, ਮੈਂ ਅੱਗੇ ਵਧਾਂ, ਪਰ ਬੜਾ ਜ਼ਰੂਰੀ ਨਹੀਂ ਹੁੰਦਾ ਇਕਬਾਲ ਸਿੰਘ ਜੀ, ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ ਜਾਂ ਜਿਹੜੀਆਂ ਗੱਲਾਂ ਅਸੀਂ ਲੋਕਾਂ ਤੱਕ ਲੈ ਕੇ ਜਾਣੀਆਂ ਨੇ, ਘੱਟੋ ਘੱਟ ਸਾਡੇ ਕੋਲ ਉਹਦਾ ਤਰਕ ਹੋਵੇ, ਪ੍ਰੂਫ ਹੋਵੇ ਵੀ ਆਹ ਤਰਕ ਹੈ, ਆਹ ਪ੍ਰੂਫ ਹੈ, ਆਹ ਸਮਝੌਤਾ ਹੋਇਆ ਸੀ, ਇਹ ਗਲਤ ਹੋਇਆ ਔਰ ਇਸ ਤਰੀਕੇ ਨਾਲ ਜਿਹੜੀ ਹੈ ਉਹ ਬਿਜਲੀ ਮਹਿੰਗੀ ਹੈ। ਇੱਕ ਮਿੰਟ ਆਨਾ ਮੈਂ ਬਰਾੜ ਸਾਹਿਬ, ਮੈਂ ਇੱਕ ਰਿਐਕਸ਼ਨ ਤਰਲੋਚਨ ਸਿੰਘ ਹੋਰਾਂ ਤੋਂ ਲੈ ਲਾਂ। ਹਾਂਜੀ ਤਰਲੋਚਨ ਜੀ, ਆਪਾਂ ਬਿਜਲੀ ਤੇ ਪਹਿਲਾਂ ਸ਼ੁਰੂ ਕਰ ਲੈਂਦੇ ਹਾਂ, ਬਾਕੀ ਗੱਲਾਂ ਬਾਅਦ ਚ ਕਰਦੇ ਹਾਂ। ਤਰਾਈ ਜ਼ਰੂਰ ਹੈਗੀ ਹੈ, ਮੰਨਦੇ ਹਾਂ ਕਿ ਤੁਸੀਂ ਪਿਛਲੇ 2-2.5 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਕਿ ਘੱਟੋ ਘੱਟ 1 ਦਰਜਨ ਤੋਂ ਵੱਧ ਵਾਰ ਬਿਜਲੀ ਦੇ ਰੇਟ ਵੱਧ ਚੁੱਕੇ ਨੇ। ਕਦੇ ਕਹਿੰਦੇ ਨੇ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਵਧਾ ਦਿੱਤੇ ਨੇ, ਕਦੇ ਕਿਸੇ ਨੇ। ਅਜਿਹੇ ਦੇ ਵਿੱਚ ਜਿਹੜੀ ਜਨਤਾ ਦੇ ਮਾਰ ਹੈ, ਜਨਤਾ ਦੇ ਵਿੱਚ ਸਾਰੀਆਂ ਵਰਗ ਆ ਜਾਂਦੇ, ਭਾਵੇਂ ਉਹ ਕਿਸਾਨ ਭਾਈਚਾਰਾ ਹੋਵੇ, ਛੋਟਾ ਵਪਾਰੀ ਹੋਵੇ, ਮੁਲਾਜ਼ਮ ਹੋਵੇ। ਇਹ ਇੱਕ ਅਜਿਹਾ ਸੈਕਟਰ ਹੈ ਜਿੱਥੇ ਸਭ ਤੋਂ ਵੱਡਾ ਸੇਕ ਹਰ ਬੰਦੇ ਨੂੰ ਲੱਗਦਾ। ਹਰਪ੍ਰੀਤ ਤੁਸੀਂ ਬਿਲਕੁਲ ਠੀਕ ਕਹਿ ਰਹੇ ਜੇ। ਮੇਰਾ ਖਿਆਲ 9 ਜਾਂ 10 ਵਾਰੀ 2.5 ਸਾਲਾਂ 'ਚ 27 ਮਹੀਨਿਆਂ 'ਚ ਜਿਹੜੇ ਆ 12 ਵਾਰ ਜੀ ਰੇਟ ਵਧੇ ਆ, 12 ਵਾਰ ਔਰ ਸ਼ਾਇਦ ਕਹਿੰਦੇ 13 ਵਾਰ ਵਧੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਸ ਰੇਟ ਵਧਣ ਨਾਲ ਹਰੇਕ ਪੰਜਾਬੀ ਦੇ ਘਰ 'ਚ ਬਿਜਲੀ ਦਾ ਕਨੈਕਸ਼ਨ ਵੀ ਹੈ ਤੇ ਮੀਟਰ ਵੀ ਲੱਗਾ। ਹਰੇਕ ਮਹੀਨੇ ਜਦੋਂ ਉਹ ਬਿੱਲ ਦਿੰਦਾ ਤੇ ਉਹਦੀਆਂ ਚੀਕਾਂ ਨਿਕਲਦੀਆਂ ਨੇ, ਪਰ ਸਰਕਾਰ ਨੇ ਇਹਦੇ ਬਾਰੇ ਰਿਵਿਊ ਕੀਤਾ ਹੀ ਨਹੀਂ ਕਦੀ। ਦੂਸਰੀ ਮੈਂ ਮੋਟੇ ਤੌਰ ਤੇ ਗੱਲ ਕਹਿਣੀ ਚਾਹੁੰਦਾ ਵੀ ਦੇਖੋ, ਵਿਰੋਧੀ ਧਿਰਾਂ ਦਾ ਜਿਹੜਾ ਹੈ ਡਿਊਟੀ ਬਣਦੀ ਹੈ ਵੀ ਸਰਕਾਰ ਜਿਹੜੇ ਮੁੱਦੇ ਲੈ ਕੇ, ਜਿਹੜਾ ਮੈਨੀਫੈਸਟੋ ਲੈ ਕੇ ਲੋਕਾਂ ਨਾਲ ਜਿਹੜੇ ਵਾਅਦੇ ਕਰਕੇ ਸੱਤਾ 'ਚ ਆਈ ਹੈ, ਤੇ ਜੇ ਉਹ ਪੂਰੇ ਨਹੀਂ ਕਰਦੀ ਤੇ ਉਹਦੇ ਵਿਰੁੱਧ ਵੀ ਬੋਲਣਾ ਚਾਹੀਦਾ ਤੇ ਲੋਕਾਂ ਨੂੰ ਸੁਚੇਤ ਵੀ ਕਰਨਾ ਚਾਹੀਦਾ। 27 ਮਹੀਨੇ ਹੋ ਗਏ ਨੇ ਕੈਪਟਨ ਸਰਕਾਰ ਦੇ, ਔਰ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਲੜਦਾ ਆ ਰਿਹਾ, ਅੱਜ ਇਹਨਾਂ ਨੇ ਬਕਾਇਦਾ ਧਰਨੇ ਸ਼ੁਰੂ ਕਰਤੇ ਆ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਕਾਫੀ ਚਿਰ ਤੋਂ ਬਿਜਲੀ ਅੰਦੋਲਨ ਦਾ ਨਾਂ ਲੈ ਕੇ ਸੰਘਰਸ਼ ਕਰ ਰਹੀ ਹੈ। ਹੁਣ ਸਵਾਲ ਤੇ ਇਹ ਪੈਦਾ ਹੁੰਦਾ ਵੀ
ਇੱਕ ਪਾਸੇ ਸਰਕਾਰ ਅੰਕੜੇ ਪੇਸ਼ ਕਰ ਰਹੀ ਵੀ ਅਸੀਂ ਤਾਂ ਕਮਾਲ ਕਰਤਾ 27 ਮਹੀਨਿਆਂ 'ਚ ਅਸੀਂ ਤਾਂ ਬਹੁਤ ਕੁਝ ਕਰਤਾ। ਹੁਣ ਮੈਦਾਨ 'ਚ ਆ ਗਈਆਂ ਨੇ ਵਿਰੋਧੀ ਧਿਰਾਂ। ਇਹ ਮੈਂ ਕਹਿੰਦਾ ਇੱਕ ਬਹੁਤ ਚੰਗੀ ਸ਼ੁਰੂਆਤ ਹੈ, ਲੇਟ ਵੀ ਨਹੀਂ ਕਹਿ ਸਕਦੇ ਕਿਉਂਕਿ 2-2.5 ਸਾਲ ਇੱਕ ਸਰਕਾਰ ਨੂੰ ਦੇਣੇ ਹੁੰਦੇ ਆ। ਸੋ 27 ਮਹੀਨਿਆਂ ਬਾਅਦ ਜੇ ਜਿਵੇਂ ਆਮ ਆਦਮੀ ਪਾਰਟੀ, ਅਕਾਲੀ ਦਲ, ਸ਼ਾਇਦ ਇਹਨਾਂ ਦੇ ਮੁੱਦੇ ਕੀ ਨੇ, ਮੈਨੂੰ ਤਾਂ ਲੱਗਦਾ ਵੀ ਲੋਕਾਂ ਅੱਗੇ ਮੈਨੀਫੈਸਟੋ ਰੱਖਣਾ ਚਾਹੀਦਾ ਵੀ ਕੈਪਟਨ ਸਰਕਾਰ ਨੇ ਘਰ ਘਰ ਨੌਕਰੀ ਦੇਣ ਦੀ ਗੱਲ ਕਰਕੇ ਵੋਟਾਂ ਲਈਆਂ ਸੀ। ਕੈਪਟਨ ਸਰਕਾਰ ਨੇ 4 ਹਫ਼ਤਿਆਂ 'ਚ ਡਰੱਗ ਖਤਮ ਕਰਨ ਲਈ ਵੋਟਾਂ ਲਈਆਂ ਸੀ। ਕੈਪਟਨ ਸਰਕਾਰ ਨੇ ਇਹ ਕਿਹਾ ਸੀ ਵੀ ਜਦੋਂ ਸਾਡਾ ਮੁੱਖ ਮੰਤਰੀ ਬਣ ਗਿਆ ਤੇ ਕਿਸੇ ਕਿਸਾਨ ਨੂੰ ਖੁਦਕਸ਼ੀ ਨਹੀਂ ਕਰਨੀ ਪਊਗੀ, ਸਾਰਿਆਂ ਦੇ ਕਰਜ਼ੇ ਮੁਆਫ ਹੋਣਗੇ। ਔਰ ਕੈਪਟਨ ਸਰਕਾਰ ਨੇ ਇਹ ਵੀ ਕਿਹਾ ਸੀ ਵੀ ਮੇਰੀ ਸਰਕਾਰ ਆਉਣ ਤੇ ਬਾਦਲ ਸਰਕਾਰ ਵਾਂਗ ਮੁਲਾਜ਼ਮਾਂ ਨੂੰ ਅੱਧੀਆਂ ਅਧੂਰੀਆਂ ਤਨਖਾਹਾਂ ਨਹੀਂ ਮਿਲਣਗੀਆਂ, ਠੇਕੇ ਤੇ ਨਹੀਂ ਸਾੜਾਂਗੇ, ਸਾਰਾ ਕੁਝ ਠੀਕ ਕਰਾਂਗੇ। ਪਰ ਜਿੰਨੇ ਕੁ ਮੈਂ ਇਹ ਗੱਲਾਂ ਕਹੀਆਂ ਨੇ, ਇਹਨਾਂ 'ਚ ਮੇਰਾ ਖਿਆਲ ਕੈਪਟਨ ਸਰਕਾਰ ਕੋਈ ਵੀ ਗੱਲ ਪੂਰੀ ਕਰਨ 'ਚ ਕਾਮਯਾਬ ਨਹੀਂ ਹੋਈ। ਔਰ ਇਹ ਹੁਣ ਜਦੋਂ ਵਿਰੋਧੀ ਧਿਰਾਂ ਆਈਆਂ ਨੇ, ਮੈਦਾਨ 'ਚ ਆਈਆਂ ਨੇ, ਜਦੋਂ ਮੀਡੀਆ 'ਚ ਗੱਲਾਂ ਆਉਣਗੀਆਂ ਜਾਂ ਜਦੋਂ ਇਹਨਾਂ ਦੇ ਧਰਨਿਆਂ 'ਚ ਲੋਕ ਪੁੱਜਣਗੇ, ਤੇ ਦੇਖੋ ਇਹ ਹਰਪ੍ਰੀਤ ਜੀ ਬੜਾ ਸਪਸ਼ਟ ਹੈ ਅੱਜ ਜਿਹੜਾ ਯੁੱਗ ਹੈ, ਜਿਹੜੀ ਇਹ ਸਿਆਸਤ ਹੈ, ਸਿਆਸਤ 'ਚ ਜਾਂ ਤੇ ਸਰਕਾਰ ਤੇ ਪ੍ਰੈਸ਼ਰ ਪਵੇ ਲੋਕਾਂ ਦਾ ਤਾਂ ਉਹਨਾਂ ਦੀ ਅੱਖ ਖੁੱਲਦੀ ਹੈ, ਜਾਂ ਉਹਨਾਂ ਨੂੰ ਇਹ ਲੱਗੇ ਵੀ ਹੁਣ ਅੱਗੇ ਇਲੈਕਸ਼ਨ ਆ ਰਹੀ ਆ ਜਾਂ ਜਿਹੜੀ 22 ਦੀ ਇਲੈਕਸ਼ਨ ਆਉਣੀ ਆ ਜਾਂ ਹੋਰ ਇਲੈਕਸ਼ਨ ਆਉਣੀ ਹੈ, ਤੇ ਜੇ ਅਸੀਂ ਕੁਝ ਨਾ ਕੀਤਾ ਸਾਡੇ ਪੱਲੇ ਵੋਟਾਂ ਨਹੀਂ ਪੈਣੀਆਂ। ਸੋ ਇਸ ਆਧਾਰ ਤੇ ਜਦੋਂ ਹੁਣ ਆਮ ਆਦਮੀ ਪਾਰਟੀ ਤੇ ਅਕਾਲੀ ਦਲ, ਦੋ ਵਿਰੋਧੀ ਧਿਰਾਂ ਨੇ ਮੁੱਖ ਇਹ ਮੈਦਾਨ 'ਚ ਆਈਆਂ ਨੇ, ਤੇ ਲੱਗਦਾ ਇਹ ਹੈ ਵੀ ਜਿਹੜੇ ਲੋਕ ਕੱਲੇ ਕਿਤੇ ਕੋਈ ਮੁਲਾਜ਼ਮ ਧਰਨੇ ਮਾਰ ਰਿਹਾ, ਕਿਤੇ ਕਿਸਾਨ ਧਰਨੇ ਮਾਰ ਰਹੇ ਨੇ, ਕਿਤੇ ਹੋਰ ਵਰਗ ਧਰਨੇ ਮਾਰ ਰਹੇ ਨੇ, ਜਦੋਂ ਯੂਨਾਈਟ ਤੌਰ ਤੇ ਇਹ ਆਵਾਜ਼ ਪੰਜਾਬ ਸੈਕਟਰੀਏਟ ਜਾਊਗੀ ਤੇ ਮੈਨੂੰ ਲੱਗਦਾ ਉੱਥੇ ਚਰਚਾ ਵੀ ਹੋਊਗੀ। ਉੱਥੇ ਮੁੱਖ ਮੰਤਰੀ ਦੇ ਜਿਹੜੇ ਮੰਤਰੀ ਨੇ, MLA ਨੇ ਜਾਂ ਇਹਨਾਂ ਦੇ ਪ੍ਰਧਾਨ ਨੇ ਕਾਂਗਰਸ ਦੇ ਜ਼ਿਲ੍ਹਿਆਂ ਦੇ, ਉਹ ਵੀ ਕਹਿਣਗੇ ਕਿ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਰਹੀ ਹੈ, ਕਿਰਪਾ ਕਰਕੇ ਆਪਾਂ ਕੁਝ ਕਰੀਏ। ਸੋ ਇਹ ਚੰਗੀ ਸ਼ੁਰੂਆਤ ਹੈ। ਇੱਕ ਗੱਲ ਹੋਰ ਤਰਲੋਚਨ ਜੀ, ਜਿਵੇਂ ਤੁਸੀਂ ਕਿਹਾ ਕਿ ਸਰਕਾਰ ਆਪਣੇ ਅੰਕੜੇ ਦੇ ਰਹੀ ਹੈ, ਸਰਕਾਰ ਆਪਣੀਆਂ ਗੱਲਾਂ ਕਰ ਰਹੀ ਹੈ ਕਿ 2.5 ਸਾਲਾਂ ਦੇ ਵਿੱਚ ਜਿਹੜੀਆਂ ਉਪਲਬਧੀਆਂ ਰਹੀਆਂ ਨੇ ਉਹ ਪਿਛਲੇ 10 ਸਾਲਾਂ 'ਚ ਨਹੀਂ ਹੋਈਆਂ। ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ 2.5 ਸਾਲਾਂ 'ਚ ਹੋਇਆ ਹੀ ਕੁਝ ਨਹੀਂ। ਅਜੇ ਇਹਦੇ ਵਿੱਚ ਆਮ ਲੋਕ ਥੋੜੇ ਕਨਫਿਊਜ਼ ਨਹੀਂ ਹੁੰਦੇ ਕਿ ਸੱਚਾ ਕੌਣ, ਜਾਂ ਵਿਰੋਧੀ ਧਿਰ ਸੱਚੀ ਹੈ ਜਾਂ ਸਰਕਾਰ ਸੱਚੀ ਹੈ। ਮੈਨੂੰ ਲੱਗਦਾ ਜਾਂ ਤਾਂ ਫਿਰ ਲੋਕਾਂ ਜਿਨ੍ਹਾਂ ਦੇ ਆਪਣੇ ਤਨ ਤੇ ਹੰਡ ਰਹੀ ਹੈ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ। ਨਹੀਂ ਪਹਿਲੇ ਇਹਦੇ ਤਾਂ ਦੂਸਰੀ ਗੱਲ ਹੀ ਕੋਈ ਨਹੀਂ ਗੀ, ਕੰਫਿਊਜ਼ ਕਿੱਥੋਂ ਹੋਣਗੇ? ਦੱਸੋ ਕਿਹੜੇ ਘਰ 'ਚ ਨੌਕਰੀ ਗਈ ਹੈ? ਤੁਸੀਂ ਮੈਨੂੰ ਦੱਸੋ ਡਰੱਗ 4 ਹਫ਼ਤਿਆਂ 'ਚ ਕੀ ਹੈ, 27 ਮਹੀਨਿਆਂ 'ਚ ਕਿੰਨੀ ਕੁ ਖਤਮ ਹੋ ਗਈ ਹੈ? ਕਿਸਾਨਾਂ ਦੀਆਂ ਖੁਦਕਸ਼ੀਆਂ ਕਿੰਨੀਆਂ ਖਤਮ ਹੋ ਗਈਆਂ? ਔਰ ਬਹੁਤ ਵੱਡੀ ਐਗਜ਼ੈਂਪਲ ਹੈ ਸਾਡੇ ਸਾਹਮਣੇ, ਜਿਹੜੇ 60-70 ਹਜ਼ਾਰ ਜਿਹੜੇ ਠੇਕੇ ਤੇ ਕੰਮ ਕਰਦੇ ਨੇ ਮੁਲਾਜ਼ਮ, ਕੈਪਟਨ ਸਾਹਿਬ ਨੇ ਇਹ ਪਟਿਆਲੇ ਦੇ ਇੱਕ ਧਰਨੇ 'ਚ ਮੁਲਾਜ਼ਮਾਂ ਦੇ ਇਹ ਐਲਾਨ ਕੀਤਾ ਸੀ ਵੀ ਪਹਿਲੀ ਕੈਬਨਿਟ ਮੀਟਿੰਗ 'ਚ ਇਹ ਜਿਹੜੇ ਠੇਕੇ ਵਾਲੇ ਜਿਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ ਬਾਦਲ ਸਰਕਾਰ, 10-10 ਹਜ਼ਾਰ ਤਨਖਾਹਾਂ ਦੇ ਕੇ, 15-15 ਹਜ਼ਾਰ ਦੇ ਕੇ ਪੂਰੀਆਂ ਤਨਖਾਹਾਂ ਦੇ ਕੇ। ਸੋ ਇਹ 'ਚ ਕੰਫਿਊਜ਼ਨ ਵਾਲੀ ਤਾਂ ਕੋਈ ਗੱਲ ਹੀ ਨਹੀਂ, ਗਲਤਫਹਿਮੀ ਤਾਂ ਹੈ ਹੀ ਨਹੀਂ, ਸਾਰਿਆਂ ਦੇ ਸਾਹਮਣੇ ਸ਼ੀਸ਼ਾ ਦਿਸ ਰਿਹਾ। ਇਸ ਕਰਕੇ ਲੋਕ ਬਹੁਤ ਕਲੀਅਰ ਨੇ ਇਹਦੇ ਬਾਰੇ। ਜਦੋਂ ਪ੍ਰੈਸ਼ਰ ਪਊਗਾ ਤੇ ਸਰਕਾਰ ਨੂੰ ਕਰਨ ਲਈ ਕੁਝ ਮਜਬੂਰ ਹੋਣਾ ਪਊਗਾ। ਠੀਕ ਹੈ। ਨਛੱਤਰ ਸਿੰਘ ਬੈਦਵਾਨ ਸਾਹਿਬ, ਪੰਜਾਬ ਦਾ ਇੱਕ ਵੱਡਾ ਜਿਹੜਾ ਇਸ਼ੂ ਹੈਗਾ ਉਹ ਕਿਸਾਨੀ ਦਾ ਇਸ਼ੂ ਹੈ, ਭਾਵੇਂ ਉਹ ਕਰਜ਼ਿਆਂ ਦੀ ਗੱਲ ਹੋਵੇ, ਵੱਧੇ ਰੇਟ ਦੀ ਗੱਲ ਹੋਵੇ। ਅਜਿਹੇ ਦੇ ਵਿੱਚ ਕਿਸਾਨ ਭਾਈਚਾਰਾ ਸਮੇਂ-ਸਮੇਂ ਤੇ ਸੰਘਰਸ਼ ਕਰਦਾ ਹੀ ਰਿਹਾ, ਹੁਣ ਵੀ ਚੱਲ ਰਿਹਾ ਸੰਘਰਸ਼। ਸਰਕਾਰ ਕਹਿੰਦੀ ਹੈ ਕਿ ਜਿੰਨਾ ਅਸੀਂ ਕਿਸਾਨਾਂ ਦੇ ਲਈ ਕੀਤਾ ਉਹ ਕਿਸੇ ਸਰਕਾਰ ਨੇ ਨਹੀਂ ਕੀਤਾ, ਭਾਵੇਂ ਉਹ ਕਰਜ਼ਾ ਮਾਫੀ ਦੀ ਗੱਲ ਹੋਵੇ ਜਾਂ ਹੋਰ ਸੁੱਖ ਸਹੂਲਤਾਵਾਂ ਦੀ ਗੱਲ ਹੋਵੇ। ਪਰ ਫਿਰ ਵੀ ਕਿਸਾਨ ਭਾਈਚਾਰੇ ਦੀਆਂ ਨਾ ਤਾਂ ਆਤਮ ਹੱਤਿਆਵਾਂ ਰੁਕ ਰਹੀਆਂ ਨੇ, ਨਾ ਧਰਨੇ ਪ੍ਰਦਰਸ਼ਨ ਰੁਕ ਰਹੇ ਨੇ। ਇੱਥੇ ਫਿਰ ਕਹਾਣੀ ਕਿੱਥੇ ਸਹੀ ਸਿੱਧ ਹੁੰਦੀ ਹੈ? ਹਰਪ੍ਰੀਤ ਜੀ, ਕਰਜ਼ਾ ਤੇ ਮਾਫ ਹੋਇਆ ਹੀ ਨਹੀਂ। ਸਾਰੇ ਪੰਜਾਬ ਦੇ ਵਿੱਚ ਇਹੀ ਇੱਕ ਬੜਾ ਭਰਮ ਹੈ ਕਿ ਇਹ ਲੋਨ ਨਹੀਂ ਸੀ, ਇਹ ਤਾਂ ਸਾਡਾ 6 ਮਹੀਨੇ ਦਾ ਕ੍ਰੌਪ ਦਾ ਇੱਕ ਲਿਮਿਟ ਬਣੀ ਹੁੰਦੀ ਹੈ ਜਿਹੜੀ 6 ਮਹੀਨੇ ਬਾਅਦ ਸਾਨੂੰ ਪੂਰੀ ਕਰਨੀ ਹੁੰਦੀ ਹੈ। ਸਿਰਫ ਇੱਕ ਹੈਲਪ ਹੈ ਕਿ ਸਾਨੂੰ ਆੜਤੀ ਕੋਲ ਨਹੀਂ ਭੱਜਣਾ ਪੈਂਦਾ, ਸਾਨੂੰ ਆਪਣਾ ਪੈਸਾ ਮਿਲ ਜਾਂਦਾ 6 ਮਹੀਨੇ ਵਾਸਤੇ। ਫਸਲ ਆਉਂਦੀ ਹੈ ਤਾਂ ਅਸੀਂ ਫਸਲ ਵੇਚ ਕੇ ਉਹ ਲਿਮਿਟ ਪਹਿਲੀ ਤਾਰ ਦਿੰਦੇ ਹਾਂ, ਅੱਗੇ ਸਾਨੂੰ ਉਹੀ ਲਿਮਿਟ ਰਿਨਿਊ ਹੋ ਜਾਂਦੀ ਹੈ। ਜੇ ਤੁਸੀਂ 2017 ਦੀ 31 ਮਾਰਚ ਤੋਂ ਆਪਾਂ ਇਹ ਵੀ ਚੱਕ ਲਈਏ ਕਿ ਲਿਮਟਾਂ ਸੀਗੀਆਂ ਤਾਂ ਉਹਨਾਂ ਤੇ ਸਿਰਫ 6 ਮਹੀਨੇ ਦਾ ਹੀ ਵਿਆਜ ਸੀਗਾ, ਜਾਂ ਉਹ ਸਿਰਫ 6 ਮਹੀਨੇ ਦੀਆਂ ਲਿਮਟਾਂ ਸੀ। ਜਦ ਕਿ ਜਿਹੜਾ ਕਰਜ਼ਾ ਸਾਡਾ ਉਹ 5-7 ਸਾਲਾਂ ਤੋਂ ਚੜਿਆ ਹੋਇਆ ਸੀ, ਕਿਸੇ ਦਾ 5 ਸਾਲ ਦਾ ਲਿਆ, ਕਿਸੇ ਦਾ 10 ਦਾ, ਕਿਸੇ ਦਾ 8 ਸਾਲ ਦਾ। ਵਾਅਦਾ ਜਿਹੜਾ ਉਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਾ ਕਰਜ਼ਾ ਮਾਫ ਕਰਨ ਦਾ ਹੋਇਆ ਸੀ, ਲੇਕਿਨ ਜੋ ਮਾਫ ਹੋਇਆ ਉਹ ਸਿਰਫ 6 ਮਹੀਨੇ ਦਾ ਕਰੌਪ ਲੋਨ, ਜਿਹਨੂੰ ਆਪਾਂ ਇਹ ਕਹਿ ਦਈਏ ਇੱਕ ਹੈਲਪ ਸੀਗੀ, ਕ੍ਰੌਪ ਹੈਲਪ ਮਾਫ ਹੋਈ ਹੈ, ਨਾ ਕਿ ਸਾਡਾ ਲੋਨ ਮਾਫ ਹੋਇਆ। ਤੇ ਉਸ ਤੋਂ ਜ਼ਿਆਦਾ 13 ਵਾਰ ਬਿਜਲੀ ਦਾ ਬਿੱਲ ਵਧਾ ਕੇ ਕਿਤੇ ਜ਼ਿਆਦਾ ਕੱਢ ਲਏ। ਔਰ ਇਹਦੇ ਵਿੱਚ ਅੱਗੇ ਕਿਆ ਹੁੰਦਾ ਸੀਗਾ, ਕਿਸਾਨਾਂ ਨੂੰ ਲੁੱਟਣ ਲਈ ਜਿਹੜਾ ਆੜਤੀ ਵਰਗ ਸੀ, ਇਹ ਗਊ ਦਾਨ ਹੈ, ਇਹ ਨਲਕਾ ਦਾਨ ਹੈ, ਇਹ ਫਲਾਣਾ ਦਾਨ ਹੈ,
ਤੁਸੀਂ ਸੁਣ ਕੇ ਹੈਰਾਨ ਹੋਵੋਗੇ 10 ਤਰ੍ਹਾਂ ਦਾ ਟੈਕਸ ਲਾਇਆ ਕੈਟਾਗਰੀਆਂ 'ਚ। ਔਰ ਬਿਜਲੀ ਤੇ ਸਭ ਤੋਂ ਜਿਹੜਾ ਮਾੜਾ ਟੈਕਸ ਹੈ ਉਹ ਹੈ ਫਿਕਸ, ਜਿਹੜੀ ਆਪਾਂ ਲੋਡ ਹੈ ਫਿਕਸ ਲੋਡ ਦਾ। ਫਿਕਸ ਲੋਡ ਇਸ ਕਰਕੇ ਲਾਇਆ ਜਾਂਦਾ ਸੀ ਕਿ ਜਿਹੜੇ ਬੰਦੇ ਦਾ ਮੀਟਰ ਖਰਾਬ ਹੋ ਜੇ, ਜਾਂ ਜਿਹੜੇ ਹੁਸ਼ਿਆਰ ਬੰਦੇ, ਜਿਵੇਂ ਪਿੱਛੇ ਰਿਪੋਰਟਾਂ ਆਈਆਂ ਡੀਸੀ ਸਾਹਿਬ ਦੀਆਂ, ਕਈਆਂ ਦੀਆਂ ਐਸਪੀਆਂ ਦੀਆਂ, ਉਹ ਨਹੀਂ ਭਰਦੇ ਤਾਂ ਉਹਨਾਂ ਦੀ ਕੋਠੀ ਦੇਖ ਕੇ ਉਹਨਾਂ ਦਾ ਲੋਡ ਚੈੱਕ ਕਰਕੇ ਉਹਨਾਂ ਦੇ ਘੱਟੋ ਘੱਟ ਬਿੱਲ ਜ਼ਰੂਰ ਲਿਆ ਐਵਰੇਜ ਦੇ ਹਿਸਾਬ ਨਾਲ ਪਈ ਜਾਂਦਾ। ਹਾਂ, ਤੇ ਹੁਣ ਇਹ ਕਿਆ ਕਰ ਰਹੇ ਆ, ਜਿਹੜਾ ਯੂਨਿਟਾਂ ਦਾ ਖਰਚਾ ਉਹ ਤਾਂ ਨਾਲ ਲੈ ਰਹੇ ਆ, ਤੇ ਜਿਹੜਾ ਉਹਦੇ ਵਿੱਚ ਲੋਡ ਹੈ, ਜਿਹੜਾ ਇਮਾਨਦਾਰ ਆਦਮੀ ਜਿਹਨੇ ਅੱਜ ਕੋਠੀ ਬਣਾਈ ਉਹ ਕਹਿੰਦਾ ਬਾਰ-ਬਾਰ ਮੈਂ ਕਿੱਥੇ ਜਾਊਂਗਾ, ਤਾਂ 5 ਲੋਡ ਹੈ ਪਹਿਲੇ ਹੀ 10 ਲੋਡ ਲੈ ਲੈਂਦਾ ਜਾਂ 14 ਲੈ ਲੈਂਦਾ ਤਾਂ ਕਿ ਮੇਰੇ ਜਿਹੜਾ 3 ਫੇਸ ਕਨੈਕਸ਼ਨ ਲੱਗ ਜਾਵੇ। ਉਹ ਬੰਦੇ ਨੂੰ ਐਸਾ ਮਾਂਜਿਆ ਇਹਨਾਂ ਨੇ ਕਿ ਫਿਕਸ ਲੋਨ ਤਾਂ ਇੱਕ ਪਾਸੇ ਹੋ ਗਿਆ, ਉੱਪਰੋਂ ਤੇ ਫਿਰ ਟੈਕਸ ਵੀ ਨੇ। ਫਿਰ ਦੂਸਰਾ ਜਿਹੜਾ ਜਿਹਨੂੰ ਸਾਨੂੰ ਪਤਾ ਹੀ ਨਹੀਂ, ਜੋ ਮਰਜ਼ੀ ਸਾਡੇ ਤੇ ਪਾ ਦੇਣ, ਉਹ ਹੈਗਾ ਫਿਊਲ ਚਾਰਜ। ਫਿਰ ਫਿਊਲ ਚਾਰਜ ਤੱਕ ਇਹ ਗੱਲ ਨਹੀਂ ਰਹਿੰਦੀ, ਉਸ ਤੋਂ ਬਾਅਦ ਫਿਊਲ ਚਾਰਜ ਏਰੀਆ ਰਹੇਗਾ। ਮੀਟਰ ਜੇ ਬਿਜਲੀ ਵਾਲਿਆਂ ਦੇ ਜਾਓ ਵੀ ਮੀਟਰ ਬਾਕਸ ਲਵਾਉਣਾ, ਮੈਨੂੰ 2 ਜਨਵਰੀ ਦਾ ਅਪਲਾਈ ਕੀਤਾ ਕਿ ਮੇਰਾ ਸਿਟੀ ਬਕਸਾ ਬਦਲ ਦਿਓ, 1700 ਰੁਪਈਆ ਦੇ ਕੇ ਮੇਰਾ ਆਪ ਲਵਾਇਆ ਹੋਇਆ। ਅੱਜ ਤੱਕ ਉਹਦੀ ਇਨਫੋਰਸਮੈਂਟ ਦੀ ਰਿਪੋਰਟ ਨਹੀਂ ਹੋਈ ਹੈ। ਅੱਜ ਵੀ ਐਸੀ ਕੋਲ ਮੈਂ ਜਾ ਕੇ ਆਇਆ ਕਿ ਭਾਈ ਆ ਬਰਸਾਤ ਆ ਗਈ, ਕਿਤੇ ਕੰਧ 'ਚ ਕਰੰਟ ਆ ਗਿਆ, ਕੋਈ ਹੋਰ ਨਾ ਪੰਗਾ ਮੇਰੇ ਵਾਸਤੇ ਛਿੜ ਜਵੇ। ਸੋ ਕੋਈ ਬੰਦਾ ਆਪਣੀ ਇਸ ਵਾਰ ਸਰਕਾਰ 'ਚ ਜ਼ਿੰਮੇਵਾਰੀ ਨਹੀਂ ਸਮਝ ਰਿਹਾ। ਸਭ ਬੰਦਿਆਂ ਨੂੰ ਇਹ ਵੀ ਜੋ ਕਰੋ, ਜੋ ਜੇਬ 'ਚ ਪੈ ਗਿਆ ਉਹ ਆਪਣਾਗਾ, ਨਾ ਸਾਨੂੰ ਕੋਈ ਪੁੱਛਣ ਵਾਲਾ ਨਾ ਵਾਸਤੇ ਹੈ। ਇਸੇ ਕਰਕੇ ਜਿਹੜੀ ਲਾ ਐਂਡ ਆਰਡਰ ਦੀ ਸਥਿਤੀ ਖਰਾਬ ਹੋਈ ਹੈ। ਹਰੇਕ ਬੰਦੇ ਦੇ ਦਿਮਾਗ 'ਚ ਇਹ ਗੱਲ ਹੈ ਕਿ ਕਿਸੇ ਨੇ ਪੁੱਛਣਾ ਨਹੀਂ, ਜ਼ਿੰਮੇਵਾਰੀ ਕੋਈ ਸਮਝਦਾ ਨਹੀਂ। ਆਮ ਲੋਕਾਂ ਦੇ ਵਿੱਚ, ਖਾਸ ਤੌਰ ਤੇ ਸ਼ਹਿਰੀ ਲੋਕਾਂ ਦੇ ਵਿੱਚ ਇੱਕ ਭਰਮ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਕਈ ਵਾਰ ਗੱਲਾਂ ਆਮ ਤੌਰ ਤੇ ਚਰਚਾ ਦੇ ਵਿੱਚ ਵੀ ਨੇ ਕਿ ਜਿਹੜੀ ਕਿਸਾਨਾਂ ਨੂੰ ਬਿਜਲੀ ਮੁਫਤ ਦਿੱਤੀ ਜਾਂਦੀ ਹੈ ਉਹਦਾ ਭਾਰ ਕਿਤੇ ਨਾ ਕਿਤੇ ਸਾਡੇ ਉੱਤੇ ਪਾਇਆ ਜਾਂਦਾ ਜਾਂ ਵੰਡ ਦਿੱਤਾ ਜਾਂਦਾ। ਅਜਿਹੇ ਦੇ ਵਿੱਚ ਇੱਕ ਭਾਵਨਾ ਅਜਿਹੀ ਹੁੰਦੀ ਹੈ ਕਿ ਕਿਸਾਨ ਭਾਈਚਾਰੇ ਨੂੰ ਤਾਂ ਫ੍ਰੀ ਤੁਸੀਂ ਬਿਜਲੀ ਦੇ ਰਹੇ ਹੋ ਔਰ ਪੈਸੇ ਅਸੀਂ ਰਹੇ ਹਾਂ। ਉਹ ਘਰਾਂ ਦੇ ਵਿੱਚ ਏਸੀ ਨਹੀਂ ਚਲਾਉਂਦੇ, ਕੂਲਰ ਲਾ ਕੇ ਸੌਂਦੇ ਨੇ, ਤਾਂ ਵੀ ਮਨਾਂ ਦੇ ਮਨ ਬਿਜਲੀ ਦਾ ਬਿੱਲ ਆਉਂਦੇ ਨੇ। ਜਿਹੜਾ ਬਿਜਲੀ ਦੇ ਵਿੱਚ ਇਹ ਹੈ ਜੀ ਕਿ ਸਾਨੂੰ ਫਰਜ਼ ਕਰੋ ਇਹ ਫ੍ਰੀ ਬਿਜਲੀ ਦੇਤੀ, ਜਿੰਨਾ ਕਾਰੋਬਾਰ ਜੱਟ ਦੇ ਸਿਰ ਤੇ, ਜਿੰਨੀ ਪਬਲਿਕ ਖਾ ਰਹੀ ਹੈ, ਜਿੰਨਾ ਕਾਰੋਬਾਰ ਚੱਲ ਰਿਹਾ ਉਹ ਜੱਟਾਂ ਦੀ ਫਸਲ ਦੇ ਉੱਤੇ ਚੱਲ ਰਿਹਾ। ਅਗਰ ਸਾਡੇ ਤੇ ਇਹ ਬਿਜਲੀ ਦਾ ਬਿੱਲ ਨਹੀਂ ਲਾਉਂਗੇ ਤਾਂ ਉਹਦਾ ਰੇਟ ਵੱਧ ਜਾਏਗਾ, ਕਿਉਂਕਿ ਉਹ ਸਾਡਾ ਬਿਜਲੀ ਦਾ ਬਿੱਲ ਰੇਟ ਦੇ ਵਿੱਚ ਆ ਜਾਊਗਾ, ਸਾਨੂੰ ਫਰਕ ਨਹੀਂ ਪੈਣਾ। ਪਰ ਸਾਨੂੰ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਸਾਨੂੰ ਫਸਲ ਆਉਂਦੀ ਹੈ 6 ਮਹੀਨੇ ਬਾਅਦ। ਹਰ ਮਹੀਨੇ ਪੈਸੇ ਇਕੱਠੇ ਕਰਕੇ ਬਿੱਲ ਤਾਰਨਾ ਸਾਡੇ ਵੱਸ ਦੀ ਗੱਲ ਨਹੀਂ ਹੈ। ਤੇ ਦੂਸਰਾ, ਜੋ ਵੀ ਸਰਕਾਰ, ਭਾਵੇਂ ਅਕਾਲੀ ਸਰਕਾਰ ਨੇ ਬਹੁਤ ਵੱਡਾ ਕਿਸਾਨਾਂ ਤੇ ਇੱਕ ਮੈਂ ਕਹਾਂਗਾ ਆਸਾਨ ਹੀ ਰੱਖਿਆ ਕਿ ਉਹਨਾਂ ਨੂੰ ਹਰ ਮਹੀਨੇ ਦੁਖੀ ਨਹੀਂ ਹੋਣਾ ਪਿਆ, ਲੇਕਿਨ ਕਿਤੇ ਨਾ ਕਿਤੇ ਉਹਦੇ ਵਿੱਚ ਸਾਡਾ ਟੈਕਸਾਂ ਦਾ ਫਾਇਦਾ ਵੀ ਹੈ। ਬਾਕੀ ਜਿਹੜੀ ਹੋਰ ਕਈ ਸਾਡੇ BC OBC ਵਗੈਰਾ ਹੋਏ, ਉਹ ਬੱਚਿਆਂ ਦੀ ਪੜ੍ਹਾਈ 'ਚ, ਮੈਡੀਕਲ 'ਚ, ਨੌਕਰੀ ਵਾਲੇ ਮੈਡੀਕਲ 'ਚ, DA 'ਚ ਫਾਇਦਾ ਲੈ ਜਾਂਦੇ ਗਵਰਨਮੈਂਟ ਦਾ। ਸਾਨੂੰ ਤਾਂ ਫਾਇਦਾ ਕੋਈ ਨਹੀਂ। ਕੱਲ ਨਵੋਦਿਆ ਵਾਲਿਆਂ ਨੇ ਇੱਕ ਜਿਹੜੀ NGO ਵਰਗੀ ਸੰਸਥਾ ਗਈ, ਉਹਨੇ ਪੋਸਟਾਂ ਕੱਢੀਆਂ ਤੇ ਕਿਸਾਨਾਂ ਦੇ ਪੁੱਤਾਂ ਵਾਸਤੇ 1000 ਰੁਪਇਆ ਫੀਸ ਹੈ, ਬਾਕੀਆਂ ਨੂੰ ਫ੍ਰੀ ਹੈ। ਸਾਡੇ ਜਿਹੜੇ ਧੀ ਪੁੱਤ ਜੰਮ ਗਏ ਪਹਿਲਾਂ ਤੋਂ ਪੜ੍ਹਦੇ ਆ, ਪੜ੍ਹ ਕੇ ਨੰਬਰ ਪੂਰੇ ਹੋਣੇ ਚਾਹੀਦੇ ਆ, ਫਿਰ ਉਹਨਾਂ ਨੇ ਕਿਆ ਕਸੂਰ ਕੱਢਤਾ ਕਿ ਉਹਨਾਂ ਨੂੰ ਤੁਸੀਂ ਬਖਰੇਵਾ ਲਾਓ ਤੇ ਜੰਮਣ ਤੋਂ ਪਹਿਲਾਂ, ਜਿਵੇਂ ਕਹਿੰਦੇ ਆ ਸੂਲਾਂ ਦੇ ਮੂੰਹ ਤਿੱਖੇ, ਉਹਨਾਂ ਦੇ ਪਹਿਲੇ ਮੂੰਹ ਤਿੱਖੇ ਕਰਦੇ ਤਾਂ ਕਿ ਉਹਨਾਂ ਦੀ ਇੱਕ ਹੀਣ ਭਾਵਨਾ ਆ ਜਾਵੇ ਕਿ ਅਸੀਂ ਸਮਾਜ ਤੋਂ ਸਾਨੂੰ ਵੱਖ ਕਰਕੇ ਸਮਝਿਆ ਜਾਂਦਾ। ਤੇ ਜਿੱਥੇ ਤੱਕ ਸੈਂਟਰ ਸਰਕਾਰ ਦਾ ਵੀ ਸਾਥ ਹੈ, ਹਾਈ ਲੈਵਲ ਕਮੇਟੀ ਬਣੀ ਹੈ। ਮੈਂ ਬਰਾੜ ਸਾਹਿਬ ਨੂੰ ਵੀ ਰਿਕੁਐਸਟ ਕਰੂੰਗਾ, ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਔਰ ਹਰਿਆਣਾ ਜਿਹੜੇ ਖੇਤੀ ਪ੍ਰਧਾਨ ਖੇਤ ਨੇ, ਜਿਹੜੇ ਕਿਸਾਨਾਂ ਦਾ ਸਾਰੀ ਪਾਰਟੀਆਂ ਰੋਣਾ ਰੋਂਦੀਆਂ ਨੇ, ਉਹਨਾਂ ਦਾ ਇੱਕ ਵੀ ਨੁਮਾਇੰਦਾ ਉਸ ਹਾਈ ਲੈਵਲ ਕਮੇਟੀ 'ਚ ਨਹੀਂ ਲਿਆ ਗਿਆ। ਹਰਿਆਣਾ ਦਾ ਲਿਆ, ਪੰਜਾਬ ਦਾ ਨਹੀਂ ਲਿਆ। ਹਰਿਆਣੇ ਦਾ ਵੀ ਨਹੀਂ ਲਿਆ ਜੀ, ਨੋਟ CM ਨਹੀਂ ਲਿਆ, ਹਰਿਆਣਾ ਵੀ ਸਾਫ਼ ਹੈ। ਸਿਰਫ 6 ਸਟੇਟਾਂ ਲਈਆਂ ਨੇ, ਰਾਜਸਥਾਨ, ਮੱਧ ਪ੍ਰਦੇਸ਼, UP, ਮਹਾਰਾਸ਼ਟਰ, ਕਰਨਾਟਕ, 2 ਕਾਂਗਰਸ ਦੇ ਲਏ ਨੇ, 4 ਦੂਜਿਆਂ ਦੇ ਲਏ ਨੇ। ਔਰ ਹੁਣ ਇਹ ਜਿਹੜਾ CM ਬੰਦਾ ਰੋਜ਼ ਲੋਕਾਂ ਦੇ ਵਿੱਚ ਵਿਚਰਦਾ, ਉਹਨੂੰ ਕਿਆ ਪਤਾ ਖੇਤ ਦੇ ਵਿੱਚ ਕਿਆ ਹੋ ਰਿਹਾ। ਖੇਤ ਤਾਂ ਉਹ ਦੱਸੂਗਾ ਜਿਹੜਾ ਰੋਜ਼ ਸੰਘਰਸ਼ ਕਰਦਾ ਜਾਂ ਖੇਤ 'ਚ ਗੇੜਾ ਮਾਰ ਕੇ। ਕਿਸਾਨੀ ਯੂਨੀਅਨ ਦਾ ਬੰਦਾ ਜਾਂ ਕਿਸਾਨ ਕਮੇਟੀ ਦਾ। ਚਲੋ ਮੈਂ ਆਉਂਦਾ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਵਿਚਾਰ ਚਰਚਾ ਜਾਰੀ ਹੈ। ਬਰਾੜ ਸਾਹਿਬ, ਦੂਜੀ ਅਹਿਮ ਜਿਹੜਾ ਇਸ਼ੂ ਹੈਗਾ ਉਹ ਲਾਅ ਐਂਡ ਆਰਡਰ ਦਾ ਇਸ਼ੂ ਹੈਗਾ। ਉਸ ਤੋਂ ਪਹਿਲਾਂ ਮੈਂ ਉੱਤੇ ਆਉਣਾ, ਉਸ ਤੋਂ ਪਹਿਲਾਂ ਜਿਹੜੀ ਗੱਲ ਇਕਬਾਲ ਸਿੰਘ ਨੇ ਕਹੀ ਹੈ, ਜੋ ਮੈਂ ਵੀ ਤੁਹਾਨੂੰ ਕਹੀ ਸੀ ਕਿ ਵਾਰ-ਵਾਰ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਕੁਝ ਅਜਿਹੀਆਂ ਗੱਲਾਂ ਪਿਛਲੀਆਂ ਸਰਕਾਰਾਂ ਕਰ ਜਾਂਦੀਆਂ ਨੇ ਜੋ ਜਲਦੀ ਨਿਪਟਾਰਾ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦਾ ਉਹਨਾਂ ਨੂੰ ਟਾਈਮ ਲੱਗਦਾ। ਸੋ ਇਹ ਇੱਕ ਹਥਿਆਰ ਵਜੋਂ ਵਰਤਿਆ ਜਾਂਦਾ ਜਾਂ ਯਕੀਨਨ ਕੁਝ ਹੁੰਦੀਆਂ ਇਹ ਚੀਜ਼ਾਂ? ਮੈਂ ਇੱਕ ਗੱਲ ਕਹਾਂ ਕਿ ਇਹ ਨਾ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਦੇ ਪੈਰ ਥੱਲੇ ਬਟੇਰਾ ਆ ਗਿਆ। ਇਹਨਾਂ ਨੂੰ ਇਹ ਲੱਗਦਾ ਵੀ ਪੰਜਾਬ 'ਚ ਵੀ ਉਹੀ ਬਿਜਲੀ ਅੰਦੋਲਨ ਜਾਂ ਛਿੜ ਕੇ ਸ਼ਾਇਦ ਅਸੀਂ ਕਿਸੇ ਮਕਸਦ ਤੇ ਪਹੁੰਚ ਗਏ। ਇਹ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰਦੇ ਆ। ਮੈਂ ਕਹਿੰਦਾ ਕਿ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਸਾਹਿਬ ਇਹੀ ਗੱਲ ਕਹਿੰਦੇ ਸੀ ਕਿ ਜਿਹੜੇ ਇੱਥੋਂ ਦੇ MOU ਕੀਤੇ ਆ ਉਹ ਮੈਂ ਰੱਦ ਕਰੂੰਗਾ ਔਰ ਆਡਿਟ ਕਰਾਊਂਗਾ। ਆਡਿਟ ਦੀਆਂ ਗੱਲਾਂ ਜ਼ਰੂਰ ਚੱਲੀਆਂ ਸੀ, ਕਿੰਨਾ ਕੁ ਹੋਇਆ ਕਿੰਨਾ ਕੁ ਨਹੀਂ ਹੋਇਆ ਇਹਦਾ ਮੈਨੂੰ ਪਤਾ ਨਹੀਂ, ਪਰ ਕੀ MOU ਕੋਈ ਦਿੱਲੀ 'ਚ ਰੱਦ ਕਰ ਸਕੇ? ਨਹੀਂ ਕਰ ਸਕੇ।
ਕਿਉਂਕਿ ਇਹ ਗੱਲਾਂ ਆਪੋਜੀਸ਼ਨ ਵੇਲੇ ਹੁੰਦੀਆਂ, ਜਿਵੇਂ ਕਾਂਗਰਸ ਵੀ ਕਰਦੀ ਰਹੀ ਹੈ। ਮੈਂ ਫੇਰ ਦੁਹਰਾਉਣਾ ਹੈ ਕਿ ਜਿਹੜਾ ਜੇ ਕੋਈ ਗਲਤ ਹੋਇਆ ਤਾਂ ਉਹਦੀ ਕੋਈ ਕਾਰਵਾਈ ਕਰ ਸਕਦੇ ਆ। ਇੱਕ ਗੱਲ ਮੈਂ ਇਕਬਾਲ ਜੀ ਨੂੰ ਬੇਨਤੀ ਕਰੂੰਗਾ ਕਿ ਘੱਟੋ ਘੱਟ ਨਾ ਜਦੋਂ ਕੋਈ ਗੱਲ ਕਿਸੇ ਦੇ ਬਾਰੇ ਕਰੀਏ ਉਦੋਂ ਅਪਡੇਟ ਹੋ ਕੇ ਆਈਦਾ। ਇਹ ਜਿਹੜੇ 3 ਥਰਮਲ ਪਲਾਂਟ ਲੱਗੇ ਆ 72 ਤੋਂ 75 ਹਜ਼ਾਰ ਕਰੋੜ ਰੁਪਈਆ ਪੰਜਾਬ ਦੀ ਧਰਤੀ ਤੇ ਲੱਗਿਆ। ਇੰਟਰਨੈਸ਼ਨਲ ਜਿਹੜੇ ਆ ਗਲੋਬਲ ਪੱਧਰ ਦੇ ਜਿਹੜੇ ਟੈਂਡਰ ਸੀ ਉਹ ਕੱਢੇ ਗਏ ਆ। ਇਹ ਕੋਈ ਲੋਕਲ ਕੱਲੇ ਅਖਬਾਰਾਂ 'ਚ ਵੀ ਨਹੀਂ ਇਕਬਾਲ ਜੀ, ਮੈਂ ਤੁਹਾਨੂੰ ਦੱਸ ਦਿਆਂ। ਔਰ ਇੰਟਰਨੈਸ਼ਨਲ ਪੱਧਰ ਤੇ ਨੈਸ਼ਨਲ ਪੱਧਰ ਤੇ ਸਾਰੇ ਜਿਹੜੇ ਅਖਬਾਰ ਟੈਲੀਵਿਜ਼ਨਾਂ ਦੇ ਵਿੱਚ ਇਸ਼ਤਿਹਾਰ ਦੇ ਕੇ ਫਿਰ ਇਹ ਫਾਈਨਲ ਹੁੰਦੇ ਆ, ਘਰੇ ਬਹਿ ਕੇ ਐਗਰੀਮੈਂਟ ਨਹੀਂ ਹੁੰਦੇਗੇ। ਨਾਲ ਤਰਲੋਚਨ ਸਿੰਘ ਬੈਠੇ ਇਸ ਗੱਲ ਨੂੰ ਤਸਦੀਕ ਕਰਨਗੇ। ਇਹ ਵੱਖਰੀ ਗੱਲ ਹੈ ਕਿ ਇਹ ਤੁਸੀਂ ਉਸ ਪਾਸੇ ਗਏ ਨਾ ਹੋ ਜਾਂ ਪੜ੍ਹਿਆ ਨਾ ਹੋਵੇ ਜਾਂ ਤੁਹਾਨੂੰ ਪਤਾ ਨਾ ਹੋਵੇ, ਪਰ ਇਸ ਕਿਸਮ ਦੇ ਇਲਜ਼ਾਮਾਤ ਮੇਰਾ ਖਿਆਲ ਹੈ ਜਿਹੜੇ ਇਹ ਬੇਬੁਨਿਆਦ ਤੇ ਝੂਠੇ ਹੈ। ਤੇ ਮੈਂ ਇਹਨਾਂ ਦੀ ਇੱਕ ਗੱਲ ਨਾਲ ਸਹਿਮਤ ਹੈ, ਅਸੀਂ ਆਪੋਜੀਸ਼ਨ 'ਚ ਸਾਰੇ ਸਾਨੂੰ ਫਿਕਰ ਕਰਨਾ ਚਾਹੀਦਾ ਕਿ ਸਰਕਾਰ ਆਹ ਕੰਮ ਨਹੀਂ ਕਰ ਰਹੀ। ਜੇ ਕੋਈ ਕਮੀ ਪੇਸ਼ੀ ਸੀਗੀ ਤੇ ਭਾਵੇਂ ਨਹੀਂ ਸੀਗੀ, ਸਾਨੂੰ ਤਾਂ ਲੋਕਾਂ ਨੇ ਸਜ਼ਾ ਦੇਤੀ। ਇਹ ਸਾਡੇ ਮਗਰੀ ਫੇਰ ਡੰਡਾ ਚੱਕ ਕੇ ਤੁਰੇ ਫਿਰਦੇ ਆ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਿਹੜੀ ਮੌਜੂਦਾ ਸਰਕਾਰ ਹੈ ਆਪਾਂ ਰਲ ਮਿਲ ਕੇ ਉਹਨੂੰ ਘੇਰੀਏ ਵੀ ਭਾਈ 13 ਵਾਰ ਇਹੋ ਜਿਹੀ ਕਿਹੜੀ ਬਿਜਲੀ ਦੇ ਸੋਨੇ ਦੀ ਵਰਕ ਲੱਗਣ ਲੱਗ ਗਈ ਵੀ ਜਿਹੜੀ 13 ਵਾਰ ਤੁਸੀਂ ਰੇਟ ਵਧਾਤਾ। ਜਾਂ ਲੋਕਾਂ ਨੂੰ ਅਹਿਸਾਸ ਕਰਾਓ ਵੀ ਭਾਈ 13 ਵਾਰ ਜਿਹੜਾ ਸੀ ਕੋਲੇ ਦਾ ਰੇਟ ਵੱਧ ਗਿਆ ਜਾਂ ਫਲਾਨਾ ਵੱਧ ਗਿਆ। ਇੱਕ ਗੱਲ। ਦੂਜਾ, ਇੱਕ ਨਾ ਹੋਰ ਭਰਮ ਪਾਲਿਆ ਜਾਂਦਾ ਜਿਹਦੇ ਨਾਲ ਕਿਸਾਨਾਂ ਦਾ ਬੜੀ ਨਮੋਸ਼ੀ ਹੁੰਦੀ ਹੈ। ਕਿਸਾਨ ਵੀਰ ਤੋਂ ਵੀ ਕਲੀਅਰ ਨਹੀਂ ਹੋਇਆ, ਮੈਂ ਬੇਨਤੀ ਕਰਦਿਆਂ। ਜਿਹੜੇ ਬਿਜਲੀ ਦੀ ਮਾਫੀ ਹੈ ਨਾ ਜੀ, ਉਹ ਭਾਵੇਂ ਕਿਸੇ ਨੂੰ ਵੀ ਮਾਫੀ ਦਿੱਤੀ ਜਾਣੀ ਹੈ ਸਰਕਾਰ ਨੇ, ਉਹ ਸਰਕਾਰ ਦੇ ਖਜ਼ਾਨੇ ਚੋਂ ਕਾਰਪੋਰੇਸ਼ਨ ਨੂੰ ਪੈਸਾ ਲੈਦਾ ਜਾਣਾ ਹੈ। ਤੇ ਜਿਹੜੇ ਮੇਰੀ ਇੱਕ ਮਤਲਬ ਉਹ ਕਿਸੇ ਦੂਜਿਆਂ ਤੇ ਬੋਝ ਨਹੀਂ ਪੈਣਾਗਾ। ਰੈਗੂਲੇਟਰੀ ਕਮਿਸ਼ਨ ਬਣਿਆ, ਉਹਨੇ ਉਹਨਾਂ ਦਾ ਰੇਟ ਤੈਅ ਕਰਨਾ ਹੈ ਕਿ ਕਿੰਨੇ ਦੀ ਤੁਹਾਨੂੰ ਬਿਜਲੀ ਦਾ ਖਰਚਾ ਤੇ ਕਿੰਨੇ ਦੀ ਤੁਹਾਨੂੰ ਪੈਣੀ ਹੈ। ਜਿਹੜਾ ਮੰਨ ਲਓ ਇਹ ਐਗਰੀਕਲਚਰ ਦਾ ਹੈ ਜਾਂ ਕਿਸੇ ਹੋਰ ਖਿੱਤੇ ਨੂੰ ਵੀ SCBC ਨੂੰ ਵੀ ਮਾਫੀ ਦਿੱਤੀ ਜਾਂਦੀ ਹੈ, ਇਹਦੇ ਪੈਸੇ ਸਰਕਾਰ ਨੇ ਖਜ਼ਾਨੇ ਦੇ ਵਿੱਚੋਂ ਸਿੱਧੇ ਦੇਣੇ ਹੁੰਦੇ ਆ। ਇਹ ਵੱਖਰੀ ਗੱਲ ਹੈ ਕਿ ਸਰਕਾਰ ਡਿਲੇ ਕਰਕੇ ਦੇ ਟਾਈਮ ਸਿਰ ਦੇ ਇਹ ਫਿਰ ਸਰਕਾਰ ਦੇ ਅਧਿਕਾਰ ਖੇਤਰ ਚ ਰਹਿ ਜਾਂਦਾ। ਇਸ ਕਰਕੇ ਇਹ ਮੇਰੀ ਬੇਨਤੀ ਹੈ। ਤੇ ਦੂਜੀ ਗੱਲ ਜਿਹੜੀਆਂ ਚਲੋ ਇਹ ਤਾਂ ਹੋ ਗਏ ਜਿਹਨਾਂ ਤੇ ਖਰਚ ਹੁੰਦੀ ਹੈ ਚੀਜ਼। ਮੈਨੂੰ ਇੱਕ ਗੱਲ ਦੱਸੋ ਵੀ ਲਾਅ ਐਂਡ ਆਰਡਰ ਤੇ ਕੀ ਪ੍ਰੋਬਲਮ ਹੈਗੀ ਆ? ਕਿਉਂ ਨਹੀਂ ਸਰਕਾਰ ਧਿਆਨ ਦੇ ਰਹੀ? ਥਾਂ ਤੇ ਚੈਨੀਆਂ ਖੋਈਆਂ ਜਾ ਰਹੀਆਂ, ਥਾਂ ਤੇ ਪਰਸ ਖੋਏ ਜਾ ਰਹੇ ਆ। ਕੀ ਹਾਲਾਤ ਪੰਜਾਬ ਦੇ ਬਣੇ ਹੋਏ ਆ। ਅਸਲੀਅਤ ਗੱਲ ਇਹ ਹੈਗੀ ਕਿ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਨੂੰ ਚਲਾਉਣ ਦੀ ਮਨਸ਼ਾ ਨਾਲ ਕੋਈ ਨਹੀਂ ਕੰਮ ਕਰ ਰਿਹਾ। ਇਹ ਸਮਝੋ ਬੇਸਮਝ ਹੈ ਇਸ ਵਾਰ ਦੀ ਗੱਲ ਜਿਹੜੀ। ਲਾਅ ਐਂਡ ਆਰਡਰ ਸਿਚੁਏਸ਼ਨ ਸਭ ਤੋਂ ਗੰਭੀਰ ਮੁੱਦਾ ਹੁੰਦਾ ਹੈ। ਇਹ ਤੁਸੀਂ ਤਾਂ ਬਾਹਰ ਦੀ ਗੱਲ ਕੀਤੀ ਹੈ, ਜੇਲ੍ਹਾਂ ਦੇ ਅੰਦਰ ਕੀ ਹੋ ਰਿਹਾ, ਉਸ ਤੋਂ ਜ਼ਿਆਦਾ ਸੁਰੱਖਿਅਤ ਥਾਂ ਕਿਹੜੀ ਹੋ ਸਕਦੀ ਹੈ? ਜਦੋਂ ਅੰਦਰ ਲਾਅ ਐਂਡ ਆਰਡਰ ਮੇਨਟੇਨ ਨਹੀਂ ਹੋ ਪਾ ਰਿਹਾ ਤੇ ਫਿਰ ਤਾਂ ਰੱਬ ਹੀ ਰੱਖਿਆ ਸੂਬੇ ਦਾ। ਮੈਂ ਇੱਕ ਮਿੰਟ ਆਣਾ ਇਕਬਾਲ ਸਿੰਘ ਜੀ, ਗੱਲ ਇਹ ਹੈ ਕਿ ਇੱਕ ਸਖਤ ਮੈਸੇਜ ਜਾਣਾ ਬੜਾ ਜ਼ਰੂਰੀ ਹੁੰਦਾ। ਜਦੋਂ ਵੀ ਸੂਬੇ ਦਾ ਕੋਈ ਚੀਫ ਹੁੰਦਾ, ਜਦ ਤੱਕ ਉਹਦੀ ਕਮਾਂਡ ਥੱਲੇ ਤੱਕ ਸਖਤ ਲਫ਼ਜ਼ਾਂ ਦੇ ਵਿੱਚ ਨਹੀਂ ਜਾਂਦੀ, ਤਦ ਤੱਕ ਮੈਨੂੰ ਲੱਗਦਾ ਹਿਲਜੁਲ ਵੀ ਨਹੀਂ ਹੁੰਦੀ। ਇਹ ਆਮ ਤੌਰ ਤੇ ਬੜੀਆਂ ਉਦਾਹਰਨਾਂ ਪਹਿਲੇ ਵੀ ਦੇਖਣ ਨੂੰ ਮਿਲੀਆਂ ਨੇ। ਇਹ ਲੱਗਦਾ ਕਿ ਸਰਕਾਰ ਦੇ ਵਿੱਚ ਕੋਈ ਸਖਤ ਕਦਮ ਚੁੱਕਣ ਵਾਲਾ ਜਾਂ ਸਖਤ ਆਰਡਰ ਨੀਚੇ ਤੱਕ ਦੇਣ ਵਾਲਾ ਕੋਈ ਹੈ ਨਹੀਂ ਹੈ ਹਾਲ ਫਿਲਹਾਲ। ਇਸੇ ਕਰਕੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਸ ਤਰ੍ਹਾਂ ਦੀ ਬਣੀ ਹੋਈ ਹੈ। ਬਿਲਕੁਲ ਹਰਪ੍ਰੀਤ ਜੀ, ਗੱਲ ਤਾਂ ਦੇਖੋ ਅਸੀਂ ਚੁਣ ਕੇ ਨੁਮਾਇੰਦਿਆਂ ਨੂੰ ਭੇਜਦੇ ਹਾਂ, ਫਿਰ ਨੁਮਾਇੰਦੇ ਆਪਣਾ ਇੱਕ CM ਚੁਣਦੇ ਤੇ ਉਹ ਲੋਕਾਂ ਦੀ ਹੀ ਆਵਾਜ਼ ਬਣ ਕੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ। ਪਰ ਇਸ ਟਾਈਮ ਹੋ ਕੀ ਰਿਹਾ, CM ਸਾਹਿਬ ਤੇ ਉਹਦੇ ਨੁਮਾਇੰਦੇ ਕਿਤੇ ਨਜ਼ਰ ਨਹੀਂ ਆਉਂਦੇ। ਸਿਰਫ ਅਫਸਰਸ਼ਾਹੀ ਇਸ ਟਾਈਮ ਭਾਰੂ ਹੈ, ਉਹੀ ਚਲਾ ਰਹੀ ਹੈ। ਜੋ ਰਿਪੋਰਟ ਅਫਸਰ ਜਾ ਕੇ ਦੇ ਦਿੰਦੇ ਆਪਣੇ ਸੈਕਟਰੀਆਂ ਨੂੰ, ਉਹੀ CM ਸਾਹਿਬ ਕੋਲ ਜਾਂਦੀ, ਉਸੇ ਨੂੰ ਸੱਚ ਮੰਨ ਲਿਆ ਜਾਂਦਾ। CM ਸਾਹਿਬ ਆ ਕੇ ਪੰਜਾਬ ਪਹਿਲਾਂ ਦੇਖਣ ਉਤਰ ਕੇ ਥੱਲੇ ਹੈਲੀਕਾਪਟਰਾਂ 'ਚ ਉਹ ਹੋ ਕੀ ਰਿਹਾ, ਲੋਕ ਕਿਵੇਂ ਮਰ ਰਹੇ ਆ। ਬਾਪ ਪੁੱਤ ਨੂੰ ਵੱਢ ਰਿਹਾ ਨਸ਼ੇ 'ਚ, ਪੁੱਤ ਮਾਂ ਨੂੰ ਮਾਰ ਰਿਹਾ ਨਸ਼ੇ 'ਚ। ਮਤਲਬ ਹਾਲਾਤ ਇਹ ਹੋਏ ਪਏ, ਕੀ ਗੱਲ ਇਹਨਾਂ ਕੋਲ ਅਖਬਾਰ ਵੀ ਨਹੀਂ ਪਹੁੰਚਦੇ। ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਇੰਨਾ ਰੌਲਾ ਪਿਆ ਹੋਇਆ ਪੰਜਾਬ 'ਚ, ਇਹ ਕੰਨਾਂ 'ਚ ਰੂੰ ਦੇ ਕੇ ਸੁੱਤੇ ਪਏ ਆ। ਇਸ ਕਰਕੇ ਜਿਹੜੀ ਸਰਕਾਰ ਲੋਕਾਂ ਨੇ ਚੁਣੀ ਹੈ, ਹੁਣ ਲੋਕਾਂ ਨੂੰ ਵੀ ਸਮਝ ਜਾਣਾ ਚਾਹੀਦਾ ਵੀ ਸਰਕਾਰ ਜਿਹੜੀ ਉਹ ਤੁਹਾਡੇ ਵਾਸਤੇ ਕੰਮ ਨਹੀਂ ਕਰ ਰਹੀ, ਉਹ ਆਪਣੇ ਝੋਲੀਆਂ ਭਰਨ ਤੇ ਲੱਗੀ ਹੋਈ ਹੈ। ਕੋਈ ਮੈਨੂੰ ਦੱਸ ਦਿਓ, ਕੋਈ ਹੈ ਤੁਹਾਨੂੰ ਦਿਖਦਾ ਕਿਤੇ ਕੋਈ MLA ਕੋਈ MP ਕਿਤੇ ਕੋਈ ਨਜ਼ਰ ਨਹੀਂ ਆ ਰਿਹਾ। ਇਸ ਕਰਕੇ ਤਰਾਹੀ ਮਚੀ ਹੋਈ ਹੈ। ਜੇ ਹੁਣ ਲੋਕਾਂ ਦੇ ਕੋਲ ਬਿੱਲ ਤੱਕ ਨਹੀਂ ਭਰੇ ਜਾ ਰਹੇ, ਕੋਈ ਬੋਲਦਾ ਤਾਂ ਉਹਦੇ ਪਰ ਵੀ ਕੋਈ ਰਿਐਕਸ਼ਨ ਨਹੀਂ ਆ ਰਿਹਾ ਵੀ ਹਾਂ ਅਸੀਂ ਕੀ ਕਰ ਸਕਦੇ ਇਹਦੇ ਪਰ। ਕੋਈ ਆਲ ਪਾਰਟੀ ਮੀਟਿੰਗ ਬੁਲਾ ਲਓ ਵੀ ਹਾਂ ਇਹ ਸਮੱਸਿਆ ਹੈ, ਚਾਹੇ ਨਸ਼ੇ ਦੀ ਹੈ ਚਾਹੇ ਹੋਰ ਕੋਈ ਸਮੱਸਿਆ, ਤੁਸੀਂ ਆਲ ਪਾਰਟੀ ਮੀਟਿੰਗ ਬੁਲਾਓ ਵੀ ਠੀਕ ਹੈ ਆਓ ਜੀ ਆਪਾਂ ਬਹਿ ਕੇ ਇਹਦੇ ਤੇ ਗੱਲ ਕਰੀਏ। ਨਹੀਂ, ਕਿਤੇ ਨਹੀਂ। ਇਸ ਕਰਕੇ ਇਹ ਤਾਂ ਲੋਕਾਂ ਦੀ ਚੁਣੀ ਹੋਈ ਸਰਕਾਰ ਨਹੀਂ, ਮੈਨੂੰ ਲੱਗਦੀ ਇਹ ਤਾਂ ਕੋਈ ਸਾਡੇ ਥੋਪੀ ਹੋਈ ਸਰਕਾਰ ਲੱਗ ਰਹੀ ਹੈ ਇਸ ਟਾਈਮ ਜੋ ਹਾਲਾਤ ਬਣੇ ਹੋਏ। ਤਰਲੋਚਨ ਜੀ, ਅਸੀਂ ਇਸ ਪੂਰੀ ਪ੍ਰਕਿਰਿਆ ਨੂੰ ਦੇਖਦੇ ਹਾਂ। ਪਿਛਲੇ 1 ਮਹੀਨੇ ਦੇ ਵਿੱਚ ਦੇਖੀਏ ਕੈਬਨਿਟ ਰੈਂਕਸ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ, ਪੋਰਟਫੋਲੀਓ ਬਦਲਿਆ ਗਿਆ, ਆਪਸ ਦੇ ਵਿੱਚ ਇੱਕ ਹੈ ਬਾਜੀ। ਸਿੱਧੂ ਸਾਹਿਬ ਨੇ ਹਲੇ ਤੱਕ ਅਹੁਦਾ ਨਹੀਂ ਸੰਭਿਆ, OP ਸੋਨੀ ਸਾਹਿਬ ਕਹਿੰਦੇ ਨੇ ਕਿ ਅਫਸਰ ਚਲਾ ਰਹੇ ਨੇ ਸਰਕਾਰ। ਅਜਿਹਾ ਲੱਗਦਾ ਹੈ ਕਿ ਸਰਕਾਰ ਆਪਣੇ ਮੁੱਦਿਆਂ ਦੇ ਵਿੱਚ ਹੀ ਐਡੀ ਘਿਰੀ ਹੋਈ ਹੈ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਸ਼ਾਇਦ ਉੱਥੇ ਤੱਕ ਪਹੁੰਚਣ ਦੀ ਹਜੇ ਕੋਸ਼ਿਸ਼ ਵੀ ਨਹੀਂ ਹੋ ਰਹੀ। ਦੇਖੋ, ਇੱਕ ਕਾਂਗਰਸ ਸਰਕਾਰ ਦੇ ਵਿੱਚ ਜਿਹੜੀ ਬਹੁਤ ਮੈਂ ਕਹਿੰਦਾ ਨੈਗੇਟਿਵ ਗੱਲ ਹੈ, ਉਹ ਇਹ ਜਾ ਰਹੀ ਹੈ ਵੀ
ਖੁਦ ਕਾਂਗਰਸ ਹੀ ਇਹ ਗੱਲ ਕਹਿੰਦੇ ਨੇ, ਭਾਵੇਂ ਉਹ ਵਿਚਾਰੇ ਦਬਵੀਂ ਜ਼ਬਾਨ 'ਚ ਸਾਨੂੰ ਲੋਕ ਛਿਪ ਕੇ ਦੱਸਦੇ ਨੇ, MLA ਬਹੁਤ ਸਾਰੇ, ਵੀ ਸਰਕਾਰ ਅਫਸਰਸ਼ਾਹੀ ਚਲਾ ਰਹੀ ਹੈ, ਜਿਵੇਂ ਇਕਬਾਲ ਉਹਨਾਂ ਨੇ ਗੱਲ ਕਹੀ ਹੈ। ਹੁਣ ਚਲਾ ਰਹੀ ਨਹੀਂ ਚਲਾ ਰਹੀ ਤੇ ਅਸੀਂ ਤੇ ਸਟੈਂਪ ਨਹੀਂ ਲਾ ਸਕਦੇ, ਪਰ ਜੇ ਇੱਕ ਇਦਾਂ ਦਾ ਇਹ ਗੱਲ ਟਰੈਵਲ ਹੋ ਰਹੀ ਹੈ ਹੇਠਲੇ ਪੱਧਰ ਤੱਕ ਵੀ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਫਲਾਣਾ ਜਿਹੜਾ ਅਫਸਰ ਹੈ ਸਰਕਾਰ ਉਹਦੇ ਮੁਤਾਬਕ ਚੱਲਦੀ ਹੈ, ਔਰ ਸੋਨੀ ਸਾਹਿਬ ਨੇ ਤੇ ਬੜੇ ਸੀਰੀਅਸ ਦੋਸ਼ ਲਾਏ ਨੇ ਵੀ ਕੈਬਨਿਟ 'ਚ ਜਿਹੜੀ ਰੀਸ਼ਫਲਿੰਗ ਹੋਈ ਆ ਜਾਂ ਮੈਨੂੰ ਜਿਹੜਾ ਕੱਢ ਕੇ ਸਿੱਖਿਆ ਵਿਭਾਗ 'ਚੋਂ ਇੱਧਰ ਠੋਕਿਆ ਤੇ ਉਹ ਅਫਸਰਾਂ ਨੇ ਜਿਹੜੇ ਕੰਨ ਭਰੇ ਸੀ ਕੈਪਟਨ ਸਾਹਿਬ ਦੇ ਉਹਦੇ ਕਰਕੇ ਹੋਈ। ਇਹ ਬੜੀ ਖਤਰਨਾਕ ਗੱਲ ਸਿਆਸਤ 'ਚ, ਜੇ ਸਿਆਸਤਦਾਨ ਜਿਹੜੇ ਸੱਤਾਧਾਰੀ ਵਾਲੇ ਹੋਣ, ਸੱਤਾਧਾਰੀ ਜੇ ਉਹ ਇਹ ਗੱਲ ਕਹਿਣ ਵੀ ਅਫਸਰਾਂ ਦੇ ਇਸ਼ਾਰੇ ਤੇ ਸਾਰਾ ਕੁਝ ਹੁੰਦਾ ਤੇ ਗਲਤ ਹੈ। ਮੈਂ ਇੱਕ ਗੱਲ ਹਰਪ੍ਰੀਤ ਜ਼ਰੂਰ ਕਰਨੀ ਚਾਹੂੰਗਾ ਵੀ ਜਿਵੇਂ ਪਿਛਲੀ ਸਰਕਾਰ 'ਚ ਐਲੀਗੇਸ਼ਨ ਲੱਗਦੇ ਸੀ ਵੀ ਜਥੇਦਾਰ ਥਾਣੇ ਚਲਾਉਂਦੇ ਨੇ, ਹੁਣ ਵੀ 2-4 ਇੱਦਾਂ ਦੇ ਕੇਸ ਤੇ ਬੜੇ ਸਪਸ਼ਟ ਆਏ ਆ ਵੀ ਉਹ ਥਾਣੇ ਗਏ ਤੇ ਉਹ ਕਹਿੰਦੇ ਵੀ ਸਾਨੂੰ ਤੇ ਫਲਾਣੇ MLA ਨੇ ਕਿਹਾ ਵੀ ਇਹਦੇ ਵਿਰੁੱਧ FIR ਕਰਨੀ, ਇਹਦੇ ਵਿਰੁੱਧ ਨਹੀਂ ਕਰਨੀ, ਤੇ ਅਸੀਂ ਤੇ ਉਹਦੇ ਮੁਤਾਬਕ ਚੱਲਣਾ, ਕਿਉਂਕਿ ਅਸੀਂ ਤੇ SHO ਹੀ ਉਹਦੇ ਆ, ਫਲਾਣੇ MLA ਦੇ ਆ। ਮੈਂ ਐਗਜ਼ਾਮਪਲ ਦੇਣੀ ਚਾਹੁੰਦਾ 2017 ਦੀ ਵਿਧਾਨ ਸਭਾ ਦੀ ਇਲੈਕਸ਼ਨ 'ਚ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ, ਉਹਨਾਂ ਨੇ ਇੱਕ ਪ੍ਰਭਾਵ ਦੇ ਦਿੱਤਾ ਪੰਜਾਬ ਦੇ ਲੋਕਾਂ ਨੂੰ ਵੀ ਜੇ ਮੇਰੀ ਸਰਕਾਰ ਆਈ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਪੰਜਾਬ ਨੂੰ ਮੈਂ ਭ੍ਰਿਸ਼ਟਾਚਾਰ ਮੁਕਤ ਕਰ ਦੂੰਗਾ। ਦੇਖੋ ਅਰਵਿੰਦ ਕੇਜਰੀਵਾਲ ਦਾ ਉਦੋਂ ਪ੍ਰਭਾਵ ਸੀ ਵੀ ਇਹ ਕਮਾਲ ਦਾ ਬੰਦਾ ਹੈ, ਮਤਲਬ ਇਹ ਕੁਝ ਵੀ ਕਰ ਸਕਦਾ ਹੈ। ਲੋਕਾਂ ਨੇ ਦਿੱਲੀ ਬੈਠੇ ਉਸ ਬੰਦੇ ਦੀ ਗੱਲ ਮੰਨ ਕੇ ਝਾੜੂ ਫੜ ਲਿਆ। ਇਹਦਾ ਮਤਲਬ ਇਹ ਹੈ ਵੀ ਪੰਜਾਬ ਦੇ ਲੋਕ ਚਾਹੁੰਦੇ ਨੇ ਵੀ ਥਾਣੇ ਦਫ਼ਤਰ ਜਿਹੜੇ ਭ੍ਰਿਸ਼ਟਾਚਾਰ ਤੋਂ ਮੁਕਤ ਹੋਣ ਤੇ ਆਮ ਲੋਕਾਂ ਦੇ ਕੰਮ ਜਿਵੇਂ ਰੂਟੀਨ 'ਚ ਹੋਣੇ ਚਾਹੀਦੇ ਉਦਾਂ ਹੋਣ। ਪਰ ਜਿਵੇਂ ਪਿਛਲੀ ਸਰਕਾਰ ਦੇ ਦੋਸ਼ ਲੱਗਦੇ, ਹੁਣ ਵੀ ਸ਼ਾਇਦ ਇਹਨਾਂ ਨੂੰ ਵਹਿਮ ਹੈ, ਕਾਂਗਰਸ ਸਰਕਾਰ ਨੂੰ ਵਹਿਮ ਹੈ ਵੀ ਜੇ ਥਾਣਿਆਂ 'ਚ ਸਾਡੇ ਮੁਤਾਬਕ FIR ਦਰਜ ਹੋਊਗੀ ਜਾਂ ਸਾਡੇ ਮੁਤਾਬਕ FIR ਦਰਜ ਨਹੀਂ ਹੋਊਗੀ ਤੇ ਸ਼ਾਇਦ 2022 'ਚ ਫਿਰ ਜਿੱਤ ਜਾਾਂਗੇ। ਇਹ ਮਿੱਥ ਖਤਮ ਕਰਨ ਦੀ ਲੋੜ ਹੈ। ਜਦੋਂ ਸਧਾਰਨ ਬੰਦਾ ਥਾਣੇ 'ਚ ਜਾਊਗਾ, ਕਿਸੇ ਸਰਕਾਰੀ ਦਫ਼ਤਰ 'ਚ ਜਾਊਗਾ, ਬਿਨਾਂ ਕਿਸੇ ਪੈਸੇ ਦਿੱਤਿਆਂ, ਬਿਨਾਂ ਕਿਸੇ ਰੁਕਾਵਟ ਦੇ ਉਹਦਾ ਕੰਮ ਹੋਊਗਾ, ਕਹੂਗਾ ਕਮਾਲ ਹੈ ਵੀ ਕੈਪਟਨ ਦੀ ਸਰਕਾਰ 'ਚ ਦੇਖੋ ਕਮਾਲ ਹੋ ਗਿਆ। ਸੋ ਇਹ ਗੱਲ ਸਮਝਣ ਦੀ ਲੋੜ ਹੈ, ਪਰ ਥਾਣਿਆਂ 'ਚ ਆਮ ਬੰਦਾ ਨਹੀਂ ਜਾ ਸਕਦਾ। ਮੈਂ ਕਹਿੰਦਾ ਚੰਗੇ ਭਲੇ ਬੰਦੇ ਵੀ ਜਾਂ ਤੇ ਫੋਨ ਕਰਾ ਕੇ ਜਾਣਗੇ ਜਾਂ ਜੇਬ 'ਚ ਥੋੜੇ ਜਿਹੇ ਪੈਸੇ ਪਾ ਕੇ ਲੈ ਕੇ ਜਾਣਗੇ ਵੀ ਸਾਨੂੰ ਤੇ DDR ਕਰਵਾਉਣ ਲਈ ਵੀ ਮੇਰਾ ਮੋਬਾਈਲ ਗੁੰਮ ਹੋ ਗਿਆ, ਉਹਦੇ ਲਈ ਵੀ 500-700 ਰੁਪਇਆ ਦੇਣਾ ਪੈਣਾ ਹੈ। ਜਿਹੜੀ ਤੁਸੀਂ ਗੱਲ ਕੀਤੀ, ਮੈਂ ਬਹੁਤ ਵਾਰੀ ਐਗਜ਼ਾਮਪਲ ਦਿੱਤੀ ਆ ਵੀ ਚੰਡੀਗੜ੍ਹ ਪੁਲਿਸ 'ਚ ਕਿਰਨ ਬੇਦੀ IG ਆਈ ਸੀ, ਉਹ ਰਹੀ ਥੋੜੇ ਦਿਨ ਹੀ ਸੀ ਕਿਉਂਕਿ ਰੌਲਾ ਪੈ ਗਿਆ ਸੀ। ਉਹਨੇ ਆ ਕੇ ਕਹਿਤਾ, ਉਦੋਂ ਚੰਡੀਗੜ੍ਹ 'ਚ ਇਦਾਂ ਦਾ ਰੌਲਾ ਸੀ ਵੀ ਜਿਹੜੇ ਦੁਕਾਨਦਾਰ ਨੇ ਐਨਕਰੋਚਮੈਂਟ ਕਰਦੇ ਨੇ ਤੇ ਜਿਹੜੇ ਵਰਾਂਡੇ ਨੇ ਉਹ ਭਰ ਦਿੰਦੇ ਨੇ ਆਪਣੇ ਖੋਖੇ ਲਾ ਕੇ। ਉਹਨੇ ਸਾਰੇ SHO ਨੂੰ ਕਹਿਤਾ ਹੈ ਵੀ ਜੇ ਤੇਰੇ ਏਰੀਏ ਦੇ ਦੁਕਾਨਦਾਰਾਂ ਨੇ ਵਿਹੜੇ ਜਿਹੜੇ ਵਰਾਂਡੇ ਨੇ ਇਹਨਾਂ ਤੇ ਇੰਕਰੋਚਮੈਂਟ ਕੀਤੀ ਤੇ ਅਗਲੇ ਦਿਨ ਤੇਰੀ ਬਦਲੀ ਹੋ ਜੂਗੀ ਤੇ ਜੋ ਮੇਰੇ ਮਨ ਚ ਆਇਆ ਮੈਂ ਉਹ ਕਰ ਦੂੰਗੀ। ਔਰ 70% ਇੰਕਰੋਚਮੈਂਟ ਖਤਮ ਹੋ ਗਈ ਸੀ। ਜੇ ਕੈਪਟਨ ਅਮਰਿੰਦਰ ਸਿੰਘ ਜਾਂ ਇਹਨਾਂ ਦੀ ਕੈਬਨਿਟ ਇਹ ਸੰਦੇਸ਼ ਦੇ ਦੇ ਤਾਂ ਮੈਨੂੰ ਲੱਗਦਾ 50% ਤੇ ਕਰਪਸ਼ਨ ਵੈਸੇ ਹੀ ਦੂਰ ਹੋ ਸਕਦੀ। ਇੱਕ ਉਦਾਹਰਨ ਇੱਕ ਮੈਂ ਗੱਲ ਕਰਨਾ ਚਾਹੁੰਦਾ, ਸੁਖਜਿੰਦਰ ਰੰਧਾਵਾ ਹੋਰਾਂ ਤੋਂ ਪੁੱਛਿਆ ਕਿ ਨਵਜੋਤ ਸਿੰਘ ਸਿੱਧੂ ਨੇ ਮਹਿਕਮਾ ਨਹੀਂ ਸੰਭਿਆ, ਅਹੁਦਾ ਨਹੀਂ ਸੰਭਿਆ, ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਮੰਤਰੀਆਂ ਨੇ ਕੋਈ ਕੰਮ ਨਹੀਂ ਕਰਨੇ ਹੁੰਦੇ, ਕੰਮ ਤਾਂ ਅਫਸਰਾਂ ਨੇ ਕਰਨੇ ਹੁੰਦੇ ਆ, ਭਾਵੇਂ ਕੁਰਸੀ ਸਾਂਭਣ ਜਾਂ ਨਾ ਸਾਂਭਣ, ਜੇ ਘਰੋਂ ਬੈਠ ਕੇ ਵੀ ਆਪਣਾ ਕੰਮ ਕਰ ਸਕਦੇ ਨੇ। ਕੋਈ ਪ੍ਰਭਾਵ ਪੈਂਦਾ ਹੈ ਕਿ ਮੰਤਰੀ ਕੁਰਸੀ ਤੇ ਬੈਠਾ ਹੈ, ਮੰਤਰੀ ਸੈਕਟਰੀਏਟ ਬੈਠਾ ਜਾਂ ਨਹੀਂ ਬੈਠਾ? ਦੇਖੋ ਜੇ ਮੈਂ ਇਹ ਗੱਲ ਸੁਣੀ ਨਹੀਂ, ਜੇ ਰੰਧਾਵਾ ਸਾਹਿਬ ਨੇ ਗੱਲ ਕਹੀ ਹੈ ਤੇ ਫਿਰ ਲੋੜ ਕੀ ਹੈ? ਫਿਰ ਤੇ ਕੈਬਨਿਟ ਡਿਸੋਲਵ ਕਰ ਦੋ, ਘਰੋਂ ਘਰ ਬੈਠਣ MLA। ਤੇ ਜੇ ਅਫਸਰਸ਼ਾਹੀ ਨੇ ਕੰਮ ਚਲਾਉਣਾ, ਇਹ ਲੋਕਤੰਤਰ ਹੈ। ਲੋਕਤੰਤਰ ਦਾ ਅਰਥ ਇਹ ਹੈ ਵੀ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹਨਾਂ ਨੇ ਲੋਕਾਂ ਦੀ ਆਵਾਜ਼ ਸੁਣ ਕੇ ਉਦਾਂ ਦੇ ਕਾਨੂੰਨ ਬਣਾਉਣੇ, ਉਦਾਂ ਦੇ ਨਿਯਮ ਬਣਾਉਣੇ, ਉਦਾਂ ਦਾ ਸਿਸਟਮ ਬਣਾਉਣਾ, ਨੈਟਵਰਕ ਬਣਾਉਣਾ। ਤੇ ਜਿਹੜੀ ਅਫਸਰਸ਼ਾਹੀ ਨੇ ਕੀ ਕਰਨਾ? ਠੀਕ ਹੈ, ਅਫਸਰਸ਼ਾਹੀ ਨੇ ਰਾਏ ਦੇਣੀ ਹੈ ਵੀ ਇਹ ਰੂਲ ਇਹ ਹੈ, ਇਹ ਨਿਯਮ ਇਹ ਹੈ, ਕਾਨੂੰਨ ਇਹ ਹੈ, ਪਰ ਸਰਕਾਰ ਨੇ ਜੋ ਤੈਅ ਕਰਨਾ, ਜੋ ਫੈਸਲਾ ਕਰਨਾ, ਇੰਪਲੀਮੈਂਟ ਕਰਨਾ ਅਫਸਰਸ਼ਾਹੀ ਨੇ। ਜਾਂ ਅਫਸਰਸ਼ਾਹੀ ਨੇ ਬਾਬੂਆਂ ਨੂੰ ਦੱਸਣਾ ਹੈ ਵੀ ਪੰਜਾਬ 'ਚ ਕਿੰਨੇ ਪਿੰਡ ਨੇ, ਪੰਜਾਬ 'ਚ ਕਿੰਨੀਆਂ ਸੜਕਾਂ ਟੁੱਟੀਆਂ ਨੇ, ਉਹਨਾਂ ਨੇ ਅੰਕੜੇ ਦੇਣੇ ਆ। ਕਰਨਾ ਕੈਬਨਿਟ ਨੇ। ਹਰਪ੍ਰੀਤ ਜੀ, ਜੇ ਕੋਈ ਮੰਤਰੀ ਇਹ ਗੱਲ ਕਹਿੰਦਾ ਤਾਂ ਮੈਂ ਕਹਿੰਦਾ ਇਹ ਬਹੁਤ ਮਾੜੀ ਗੱਲ ਹੈ, ਲੋਕਾਂ ਤੇ ਮਾੜਾ ਪ੍ਰਭਾਵ ਜਾਊਗਾ। ਇਹਦਾ ਮਤਲਬ ਲੋਕ ਤੇ ਫਿਰ ਮੰਤਰੀਆਂ ਕੋਲ ਆਉਣ ਦੀ ਥਾਂ ਤੇ ਆਪਣੇ ਸੈਕਟਰੀਆਂ ਅਫਸਰਾਂ ਕੋਲ ਜਾ ਕੇ ਤੇ ਆਪਣੇ ਕੰਮ ਕਰਵਾਈ ਜਾਣਗੇ। ਠੀਕ ਹੈ ਬੈਦਵਾਨ ਸਾਹਿਬ,
ਤੁਸੀਂ ਸਿਆਸੀ ਸਮਝ ਵੀ ਖਾਸੀ ਰੱਖਦੇ ਹੋ, ਮੈਂ ਕਿਸਾਨ ਭਾਈਚਾਰੇ ਨਾਲ ਜੁੜਦੀ ਵੀ ਗੱਲ ਵੀ ਕਰਾਂਗਾ। ਹਰ ਇੱਕ ਚੀਜ਼ ਦਾ ਇੱਕ ਪੈਮਾਨਾ ਹੁੰਦਾ ਕਿ ਜੇ ਕੋਈ ਸਰਕਾਰ ਸਹੀ ਚੱਲ ਰਹੀ ਹੈ ਤਾਂ ਉਸ ਸਰਕਾਰ ਦੇ ਹੱਕ ਦੇ ਵਿੱਚ ਵੋਟ ਪਾਓ, ਸਰਕਾਰ ਦੁਬਾਰਾ ਬਣ ਜਾਂਦੀ ਹੈ। ਜੇ ਸਰਕਾਰ ਕੁਝ ਗਲਤ ਕਰ ਰਹੀ ਹੈ ਤਾਂ ਪਾਰਟੀ ਨੂੰ ਵੋਟ ਨਹੀਂ ਪੈਂਦੇ। ਹੁਣੇ ਇਲੈਕਸ਼ਨ ਲੰਘੀ ਹੈ ਤੇ ਇਸ ਇਲੈਕਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਨੂੰ ਰੱਜ ਕੇ ਵੋਟ ਪਈ, 8 ਸੀਟਾਂ ਪਈਆਂ, ਕਿਸਾਨ ਭਾਈਚਾਰੇ ਨੇ ਵੀ ਖੁੱਲ ਕੇ ਵੋਟਾਂ ਪਾਈਆਂ। ਤੁਸੀਂ ਇਹ ਦਾਅਵਾ ਕਰਦੇ ਹੋ ਕਿ ਪਿਛਲੇ 2 ਸਾਲਾਂ ਦੇ ਵਿੱਚ ਨਾ ਕਿਸਾਨੀ ਲਈ ਕੁਝ ਹੋਇਆ, ਨਾ ਰੋਜ਼ਗਾਰ ਲਈ, ਨਾ ਨਸ਼ਿਆਂ ਲਈ, ਫਿਰ ਵੀ ਇੰਨੀ ਭਾਰੀ ਹਮਾਇਤ ਦੇ ਨਾਲ ਜੇ 8 ਬੰਦੇ ਜਿੱਦੇ ਨੇ, 8 MP ਜਿੱਦੇ ਨੇ, ਤਾਂ ਫਿਰ ਸਰਕਾਰ ਤਾਂ ਇਹੀ ਸੋਚੇਗੀ ਅਸੀਂ ਠੀਕ ਚੱਲ ਰਹੇ ਹਾਂ। ਹਰਪ੍ਰੀਤ ਜੀ, ਮੈਨੂੰ ਕਹਿਣਾ ਤੇ ਨਹੀਂ ਚਾਹੀਦਾ, ਪਰ ਮੈਂ ਇਹ ਕਹਿ ਦੇਵਾਂ ਕਿ ਇਹਦੇ ਵਿੱਚ ਲੋਕਾਂ ਦਾ ਵੀ ਕਸੂਰ ਹੈਗਾ। 2000 ਤੋਂ ਲੈ ਕੇ 7 ਤੱਕ ਜਦੋਂ ਬੜੇ ਕੇਸ ਕੱਢੇ ਇਹਨਾਂ ਨੇ, ਸ਼ਾਇਦ ਕਿਤੇ ਕੈਪਟਨ ਸਾਹਿਬ ਦੇ ਦਿਮਾਗ 'ਚ ਸੀਗੇ ਕਿ ਮੈਂ ਪੰਜਾਬ ਦੇ ਵਿੱਚ ਇਹ ਦਿਖਾ ਦਾਂਗਾ ਕਿ ਮੇਰੇ ਵਰਗਾ ਇਮਾਨਦਾਰ ਕੋਈ ਨਹੀਂ। ਉਦੋਂ ਐਂਟੀ ਇਨਕੰਬੈਂਸੀ ਕਾਲੀਆਂ ਦੀ ਸਰਕਾਰ ਆਈ। ਉਸ ਤੋਂ ਬਾਅਦ ਦੁਬਾਰਾ ਕੈਪਟਨ ਸਾਹਿਬ ਦੇ ਦਿਮਾਗ 'ਚ ਸੀਗੇ ਕਿ ਐਂਟੀ ਇਨਕੰਬੈਂਸੀ 'ਚ ਮੇਰੀ ਸਰਕਾਰ ਆਉਣੀ, ਉਹਨੇ ਤਾਂ ਉਹਨਾਂ ਨੇ ਖੂੰਡਾ ਚੱਕ ਲਿਆ, ਪਹਿਲੇ ਲਲਕਾਰੇ ਮਾਰਨੇ ਸ਼ੁਰੂ ਕਰਤੇ। ਅਫਸਰਸ਼ਾਹੀ ਨੂੰ ਵੀ ਸਭ ਨੂੰ ਵਹਿਮ ਸੀਗਾ। ਚੰਡੀਗੜ੍ਹ 'ਚ ਸਿਵਾ 'ਚ ਦਾਰੂ ਵੀ ਮੁੱਕ ਗਈ ਸੀਗੀ ਪੇਟੀਆਂ ਦੇਣ ਵਾਲਿਆਂ ਦੀ। ਤੇ ਉਸ ਤੋਂ ਬਾਅਦ ਲੇਕਿਨ ਇਹ ਗੱਲ ਵੱਖਰੀ ਹੈ ਕਿ ਹਰੇਕ ਪਿੰਡ ਦੇ ਵਿੱਚ ਡਿਵੈਲਪਮੈਂਟ ਦਾ ਕੰਮ ਚੱਲਦਾ ਸੀ। ਲੇਕਿਨ ਜਦੋਂ ਕੈਲੀਫੋਰਨੀਆ ਤੱਕ ਦੇ ਨੰਬਰ ਲੱਗੇ, ਬੜੇ ਭਾਸ਼ਣ ਹੋਏ, ਸੁਖਬੀਰ ਜੀ ਨੇ ਉਹ ਜਿਹੜੀ ਐਂਟੀ ਇਨਕੰਬੈਂਸੀ ਸੀ ਉਹ ਬਦਲ ਦਿੱਤੀ। ਕਿਤੇ ਨਾ ਕਿਤੇ ਕੈਪਟਨ ਸਾਹਿਬ ਦੇ ਦਿਮਾਗ 'ਚ ਵੀ ਆ ਗਿਆ ਵੀ ਇਹ ਲੋਕ ਚਾਹੇ ਰਿਲੀਜੀਅਸ ਫੀਲਡ ਹੋਵੇ ਤੇ ਚਾਹੇ ਪੋਲੀਟੀਕਲ ਫੀਲਡ ਹੋਵੇ, ਅਸੀਂ ਦੂਰ ਦੇ ਢੋਲ ਸੁਹਾਵਣੇ, ਅਸੀਂ ਜਿੱਡਾ ਵੱਡਾ ਕੋਈ ਲਾਰਾ ਲਾਉਂਦਾ ਅਸੀਂ ਉਹਦੇ ਚੱਕਰਾਂ 'ਚ ਆ ਜਾਂਦੇ, ਆਪਣੇ ਦਿਮਾਗ ਤੇ ਬੋਝ ਹੀ ਨਹੀਂ ਪਾਉਂਦੇ ਕਿ ਇਹ ਕੰਮ ਹੋ ਵੀ ਸਕਦਾ ਜਾਂ ਨਹੀਂ ਹੋ ਸਕਦਾ। ਤੇ ਉੱਪਰੋਂ ਸਾਡੇ ਜਿਹੜਾ ਹੇਠਲਾ ਕੇਡਰ ਹੈਗਾ, ਜੋ ਪ੍ਰਧਾਨ ਸਾਹਿਬ ਨੇ ਕਹਿਤਾ, ਕੋਈ ਬੰਦਾ ਉਹਨੂੰ ਸਹੀ ਕਹਿਣ ਦੀ ਗੱਲੇ ਨਹੀਂ ਕਰਦਾ ਕਿ ਪ੍ਰਧਾਨ ਜੀ ਆਪਾਂ ਗਲਤ ਹੈ, ਆਪਾਂ ਨਾ ਦਈਏ। ਉਹਨੂੰ ਸਗੋਂ ਸਪੈਸੀਫਾਈ ਕਰਨ ਦੀ ਕੋਸ਼ਿਸ਼ ਕਰੀ ਜਾਂਦੇ ਕਿ ਸਾਡੇ ਪ੍ਰਧਾਨ ਜੀ ਨੇ ਜੋ ਕਿਹਾ ਉਹ ਬਿਲਕੁਲ ਠੀਕ ਕਿਹਾ। ਜਿੱਥੇ ਤੱਕ ਕੈਪਟਨ ਸਾਹਿਬ ਦੇ ਕੰਮਕਾਰ ਦਾ ਉਹ ਹੈ, ਇਹ ਨਹੀਂ ਕਿ ਪਹਿਲਾਂ ਵੀ ਕਾਂਗਰਸੀ ਦੁਖੀ ਨਹੀਂ ਸੀ। ਪਹਿਲਾਂ ਭੱਠਲ ਜੀ ਬੈਠੇ ਰਹੇ ਦਿੱਲੀ, ਉਹਨਾਂ ਨੂੰ ਇਹਨਾਂ ਦੇ ਕੰਮਕਾਰ ਨਾਲ ਇਹਨਾਂ ਨੇ ਚੰਗਾ ਨਹੀਂ ਸਮਝਿਆ। 40 MLA ਵੀ ਗਏ ਇਸ ਸਰਕਾਰ ਦੇ ਵਿੱਚ। ਸੰਸਦ ਦੇ ਵਿੱਚ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਇਆ ਉਦੋਂ ਵੀ ਕਈਆਂ ਨੇ ਆਪਣੇ ਦੁਖੜੇ ਬੜੇ ਉਹਦੇ ਨਾਲ ਰੋਏ। ਪਰ ਹੁਣ ਲੋਕ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਕੋਲ ਇੱਕੋ ਆਪਸ਼ਨ ਹੈ, ਚਿੜੀਆਂ ਨੂੰ ਹੱਕ ਹੈ ਬਾਜਾਂ ਦੀ ਡਾਰ ਚੁਣਨ ਦਾ। ਜਦੋਂ ਉਹਨਾਂ ਨੇ ਉਧਰੋਂ ਲਾਰਾ ਲੱਗਦਾ ਉਧਰ ਨੂੰ ਚਲੇ ਜਾਂਦੇ, ਉਧਰੋਂ ਲਾਰਾ ਲੱਗਦਾ ਉਧਰ ਨੂੰ ਚਲੇ ਜਾਂਦੇ, ਲੇਕਿਨ ਕਸਰ ਕਿਤੇ ਵੀ ਨਹੀਂ ਰਹਿੰਦੀ। ਸਰਕਾਰਾਂ ਦੋਏ ਦੇ ਵਿੱਚ ਆਫਿਸਰ ਸ਼ਾਹੀ ਲੁੱਟੀ ਜਾਂਦੀ ਹੈ ਤੇ ਪੋਲੀਟੀਕਲ ਬੰਦਿਆਂ ਨੂੰ, ਜਿਹੜੇ ਅਸੀਂ ਲੋਕ ਵੀ ਆ, ਉਹ ਇਹ ਨਹੀਂ ਸਮਝਦੇ ਕਿ ਬੰਦਾ ਲਾਇਬ੍ਰੇਰੀ 'ਚ ਬੈਠ ਕੇ ਕਾਨੂੰਨ ਕਿੰਨੇ ਕੁ ਪੜ੍ਹਦਾ। ਅਸੀਂ ਇਹ ਨਹੀਂ ਦੇਖਦੇ ਕਿ ਲੋਕਾਂ ਦੇ ਵਿੱਚ ਵਿਛੜਦਾ ਕਿੰਨਾ। ਸਾਨੂੰ ਚਾਹੀਦਾ ਕਿ ਸਾਡੇ ਮਕਾਨ ਤੇ ਆ ਜਾਵੇ, ਸਾਡੇ ਜੇ ਘਰਾਂ ਕੋਈ ਮਰ ਗਿਆ, ਭੋਗ ਆ ਗਏ, ਵਿਆਹ ਤੇ ਆ ਜਾਏ, ਸਾਡੀ ਟੌਰ ਬਣਾ ਜਾਵੇ। ਅਸੀਂ ਉਸ ਚੀਜ਼ ਨੂੰ ਤਾਂ ਕਾਊਂਟ ਕਰਦੇ ਹਾਂ, ਲੇਕਿਨ ਉਹਦੀ ਨੌਲੇਜ ਨੂੰ ਕੋਈ ਕਾਊਂਟ ਨਹੀਂ ਕਰਦਾ। ਇਸੇ ਕਰਕੇ ਜਿਹੜੇ ਚੰਗੇ ਬੰਦੇ ਆ ਉਹ ਸਿਆਸਤ ਤੋਂ ਬਾਹਰ ਰਹਿ ਜਾਂਦੇ। ਠੀਕ ਹੈ ਬਰਾੜ ਸਾਹਿਬ, ਇੱਕ ਗੱਲ ਹੋਰ, ਵਿਰੋਧੀ ਤਰ੍ਹਾਂ ਲੋਕਾਂ ਦੇ ਮੁੱਦੇ ਚੁੱਕਣ ਬੜੀ ਚੰਗੀ ਗੱਲ ਹੈ, ਚੁੱਕਣਾ ਵੀ ਚਾਹੀਦਾ, ਜ਼ਿੰਮੇਵਾਰੀ ਵੀ ਹੈਗੀ ਹੈ। ਪਰ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਵਿੱਚ ਭਰੋਸਗੀ ਪੈਦਾ ਕਰਨਾ, ਆਪਣੀ ਪਾਰਟੀ ਦੇ ਪ੍ਰਤੀ ਭਰੋਸਾ ਪੈਦਾ ਕਰਨਾ ਉਹ ਜ਼ਿਆਦਾ ਜ਼ਰੂਰੀ ਹੁੰਦਾ? ਕਿਉਂਕਿ ਲੋਕਾਂ ਦੇ ਪ੍ਰਤੀ ਬੇਭਰੋਸਗੀ ਤੁਹਾਡੀ ਪਾਰਟੀ ਜਾਂ ਆਮ ਆਦਮੀ ਪਾਰਟੀ ਦੇ ਪ੍ਰਤੀ ਹੋਈ ਹੈ, ਤਾਂ ਹੀ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੈਗੇ ਹੋ। ਇਸੇ ਕਰਕੇ ਸੱਤਾਧਾਰੀ ਧਿਰ ਕਾਂਗਰਸ ਹੈਗੀ ਹੈ। ਭਰੋਸਾ ਜਿੱਤਣਾ ਕਿੰਨਾ ਕੁ ਜ਼ਰੂਰੀ ਹੁੰਦਾ? ਦੇਖੋ, ਮੈਂ ਇੱਕ ਗੱਲ ਕਹਾਂ ਕਿ 80-90% ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਕਿ ਕਿਹੜੀ ਪਾਰਟੀ ਨੇ ਝੂਠ ਮਾਰ ਕੇ ਮੈਨੀਫੈਸਟੋ ਲੋਕਾਂ ਦੇ ਵਿੱਚ ਵਿਖਾਇਆ ਸੀ ਤੇ ਕਿਹੜੀ ਪਾਰਟੀ ਕੰਮ ਕਰਦੀ ਹੈ। ਕੰਮਾਂ ਦਾ ਕੰਪੈਰੀਜ਼ਨ ਹੋਣ ਲੱਗ ਗਿਆ, ਭਾਵੇਂ ਉਹ ਗਲੀ ਤੋਂ ਸ਼ੁਰੂ ਕਰਕੇ ਕਿਤੋਂ ਤੱਕ ਦਾ ਜਿਹੜਾ ਹੈਗਾ ਉਹ ਕਰ ਲਓ। ਕਿਉਂਕਿ ਮੈਂ ਤੁਹਾਨੂੰ 2-3 ਉਦਾਹਰਨਾਂ ਦੇ ਦਿੰਦਾ। ਜਿਵੇਂ ਕੈਪਟਨ ਸਾਹਿਬ ਕਹਿੰਦੇ ਵੀ ਕੱਲਾ ਆਟਾ ਦਾਲ ਜਿਹੜੀ ਹੈ ਉਹ ਅਕਾਲੀ ਭਾਜਪਾ ਸਰਕਾਰ ਦੇ ਰਹੀ ਹੈ ਤੇ ਮੈਂ ਤੁਹਾਨੂੰ ਨਾ ਸੌਖਾ ਕਰੂੰਗਾ ਖਾਣ ਲਈ, ਨਾਲ ਘਿਓ ਦਊਂਗਾ ਕਿਉਂਕਿ ਖੜਦੜਾ ਹੁੰਦਾ ਕੱਲਾ ਆਟਾ, ਨਾਲ ਚੀਨੀ ਚਾਹ ਪੱਤੀ ਵੀ ਦਊਂਗਾ। ਉਹ ਹੁਣ ਬੰਦ ਤਾਂ ਮਤਲਬ ਦਾਲ ਤਾਂ ਸ਼ੁਰੂ ਤੋਂ ਬੰਦ ਹੈ ਤੇ ਕਣਕ 2 ਵਾਰੀ ਦਿੱਤੀ ਹੈ ਤੇ ਉਹ ਸਾਰੀਆਂ ਪਾਰਟੀਆਂ ਹੀ ਰੌਲਾ ਪਾਉਣ ਤੇ ਲੱਗੀਆਂ, ਅਸੀਂ ਵੀ ਲੱਗੇ ਆ। ਆਮ ਆਦਮੀ ਪਾਰਟੀਆਂ ਦੇ ਬਿਆਨ ਅੱਜ ਤੁਸੀਂ ਪੜ੍ਹੇ ਹੋਣੇ ਕਿ ਉਹ ਖਾਣ ਯੋਗ ਹੀ ਹੈ ਨਹੀਂ ਕਣਕ। ਇੱਕ ਤਾਂ ਇੱਥੇ ਆ ਕੇ ਲੈ ਲਓ। ਦੂਜੀ ਗੱਲ ਜਿਵੇਂ ਸਤਲੋਚਨ ਸਿੰਘ ਜੀ ਨੇ ਕੀਤੀ ਹੈ ਕਿ ਠੇਕਾ ਮੁਲਾਜ਼ਮਾਂ ਨੂੰ ਤਾਂ ਐਂ ਲੱਗਦਾ ਸੀ ਕਿ ਸਾਡਾ ਕੰਮ ਤਾਂ ਬਣਿਆ ਹੀ ਪਿਆ ਜਿੱਦਣ ਕੈਪਟਨ ਸਾਹਿਬ ਨੇ ਸਹੁੰ ਚੁੱਕ ਲਈ, ਤੇ ਉਹ ਬਣਨਾ ਕੀ ਸੀ, ਉਲਟਾ 45,000 ਵਾਲੇ ਨੂੰ 10,000 12,000 ਮਿਲਣ ਨਾਲ ਲੱਗ ਗਿਆ। ਆ 6-700 ਮੋਟੀਵੇਟਰ 4-5 ਦਿਨ ਹੋ ਗਏ ਮੇਰੇ ਖਿਆਲ, ਤੁਹਾਨੂੰ ਸ਼ਾਇਦ ਹਰਪ੍ਰੀਤ ਜੀ ਪਤਾ ਨਹੀਂ ਲੱਗਿਆ, ਮੈਨੂੰ ਅੱਜ ਕਿਸੇ ਨੇ ਫੋਨ ਕਰਕੇ ਦੱਸਿਆ 2 ਜਣਿਆਂ ਦੀ ਮੌਤ ਹੋ ਗਈ ਭੁੱਖ ਹੜਤਾਲ ਤੇ ਬੈਠਿਆਂ ਦੀ, 2 ਜਣਿਆਂ ਦੀ ਮੌਤ, ਔਰ 10-12 ਜਣੇ ਹਸਪਤਾਲ ਪਏ ਆ ਕਿਉਂਕਿ ਉਹ ਭੁੱਖ ਹੜਤਾਲ ਛੱਡ ਨਹੀਂ ਰਹੇ। 6-700 ਮੁੰਡਾ ਕੁੜੀ ਉਹਨਾਂ ਨੇ ਨੌਕਰੀ ਤੋਂ ਕੱਢਤੇ ਆ। ਹਾਲਾਤ ਸਰਕਾਰ ਦੇ ਵਿੱਚ ਇਹ ਬਣੇ ਹੋਏ ਆ। ਦੂਜੀ ਗੱਲ ਆ ਚੱਲੀ ਜਿਵੇਂ ਥਾਣੇ ਕਚਹਿਰੀ ਦੀ ਗੱਲ ਚੱਲੀ ਆ, ਚਲੋ ਸਾਡੇ ਵੇਲੇ ਸੀਗਾ ਨਹੀਂ ਸੀਗਾ, ਲੋਕਾਂ ਨੇ ਤਾਂ ਇਹਨਾਂ ਦੀਆਂ ਗੱਲਾਂ ਮੰਨ ਕੇ, ਸੱਚ ਮੰਨ ਕੇ ਸਾਨੂੰ ਸਜ਼ਾ ਦੇਤੀ। ਅੱਜ ਹਾਲਾਤ ਇਹ ਹੈ ਜਦੋਂ ਝੂਠਾ ਪਰਚਾ ਹੁੰਦਾ ਨਾ, ਮੈਂ ਇੱਕ ਤੁਹਾਨੂੰ ਹਰਪ੍ਰੀਤ ਜੀ ਦੱਸ ਦਿਆਂ, ਉਹ ਪਰਿਵਾਰਾਂ ਦੇ ਪਰਿਵਾਰ ਕਈ ਵਾਰੀ ਵਿਖਰ ਜਾਂਦੇ ਆ, ਬੱਚਿਆਂ ਦੀਆਂ ਫੀਸਾਂ ਭਰਨ ਤੋਂ ਲੇਟ ਹੋ ਜਾਂਦੀਆਂ। ਤੇ ਕਈ ਵਾਰੀ ਇੱਕ ਹੁੰਦਾ ਜਦੋਂ ਝੂਠਾ ਪਰਚਾ ਹੁੰਦਾ, ਬੰਦਾ ਭੱਜਿਆ ਫਿਰਦਾ ਪਰਿਵਾਰ ਦਾ, ਉਹ ਇਨਕਮ ਰੁਕ ਜਾਂਦੀ ਹੈ।
ਜਿਵੇਂ ਹੁਣ ਅੱਜ ਇੱਕ ਤਾਜ਼ਾ ਕੇਸ ਮੈਂ ਤੁਹਾਨੂੰ ਦੱਸ ਦਿੰਦਾ ਕਿ 4-5 ਫੁੱਟ ਉੱਚੀ ਕਿਸੇ ਨੇ ਮਿੱਟੀ ਪਾਤੀ। ਜਦੋਂ ਮਿੱਟੀ ਪਾਤੀ ਤੇ ਉਹ ਮਹਿਕਮੇ ਕੋਲੇ ਗਏ, ਮਹਿਕਮੇ ਨੇ ਲਿਖਤਾ ਗਲਤ ਪਾਈ ਹੈ, ਉਹਨਾਂ ਨੇ ਮਿੱਟੀ ਪਿੰਡ ਵਾਲਿਆਂ ਨੇ ਰਲ ਕੇ ਚੱਕਤੀ। 19 ਬੰਦਿਆਂ ਦੇ ਖਿਲਾਫ ਇੱਕ ਥਾਣੇਦਾਰ ਨੇ ਪਰਚਾ ਦਰਜ ਕਰਤਾ, ਜਿਹਦੇ 'ਚ 3 ਔਰਤਾਂ ਵੀ ਹੈ। ਜਦੋਂ ਪੰਚਾਇਤ ਦੇ ਰੂਪ 'ਚ ਆਏ ਤੇ ਜਿਹਦੇ ਪਰਿਵਾਰ ਦੇ ਖਿਲਾਫ ਪਰਚਾ ਦਰਜ ਹੋਇਆ ਸੀ, ਉਹ ਕਹਿੰਦਾ ਜੇ ਸਾਡੀ ਲੇਡੀਜ਼ ਫੜੀਆਂ ਗਈਆਂ ਨਾ ਤੇ ਮੈਂ ਉਸ ਬੰਦੇ ਨੂੰ ਮਾਰ ਦੂੰ। ਹੁਣ ਤੁਸੀਂ ਦੇਖੋ ਕਿ ਝੂਠੇ ਪਰਚੇ ਤੋਂ ਉਤਪੰਨ ਕੀ ਹੋ ਰਿਹਾ। ਜੇ ਉਹ ਜਿਹੜਾ ਮਰ ਗਿਆ, ਜੇ ਕੋਈ ਇਹੋ ਜਿਹੀ ਗੱਲ ਗੁੱਸੇ 'ਚ ਕਰਦਾ ਹੈ, ਉਹ ਵੀ ਮਰ ਗਿਆ, ਜਿਹੜਾ ਤਾਂ ਮਰ ਗਿਆ, ਤੇ ਜਿਹੜਾ ਦੂਜਾ ਜੇਲ੍ਹ ਜਾ ਕੇ ਮਰ ਗਿਆ ਤੇ ਉਹਨਾਂ ਦੇ ਬੱਚੇ ਕੌਣ ਵਿਆਹੂ, ਉਹਨਾਂ ਦੀਆਂ ਕੁੜੀਆਂ ਕੌਣ ਵਿਆਹੂ, ਉਹਨਾਂ ਦੇ ਮੁੰਡਿਆਂ ਨੂੰ ਕੌਣ ਅੱਗੇ ਲਿਜਾਊ। ਇਸ ਕਰਕੇ ਇਹ ਜਿਹੜੀ ਕਾਨੂੰਨ ਤੋੜ ਕੇ ਰਾਜਨੀਤੀ ਚੱਲ ਰਹੀ ਹੈ ਨਾ, ਇੱਕ ਘਰ ਘਰ ਤੱਕ ਅਹਿਸਾਸ ਪਹੁੰਚਾਉਂਦੀ ਹੈ ਕਿ ਇਹ ਗੱਲ ਗਲਤ ਹੈਗੀ ਹੈ। ਮੈਂ ਤਾਂ ਬੇਨਤੀ ਕਰੂੰਗਾ ਅਫਸਰਸ਼ਾਹੀ ਨੂੰ ਕਿ ਘੱਟੋ ਘੱਟ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰਨਾ ਚਾਹੀਦਾ ਹੈ। ਇਹ ਅੱਜ ਦੇ ਜਿਹੜੇ ਧਰਨੇ ਆ ਨਾ ਸਾਡੇ, ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਦਿੱਤੇ ਹੋਏ ਆ ਕਿ ਕੇਂਦਰ ਸਰਕਾਰ ਤੋਂ ਪੈਸੇ ਆ ਗਏ, ਕਿਸੇ ਸਕੀਮ ਲਈ ਆਉਂਦੇ ਆ, ਜਾਂਦੇ ਕਿਸੇ ਪਾਸੇ ਹੋ ਰਹਿ ਗਿਆ। ਉਹਨਾਂ ਗਰੀਬਾਂ ਦੇ ਬੱਚਿਆਂ ਦਾ ਕੀ ਵਿਚਾਰਿਆਂ ਦਾ ਕਸੂਰ ਹੈ ਜਿਨ੍ਹਾਂ ਦੀ ਫੀਸ ਨਹੀਂ ਭਰੀ ਜਾ ਰਹੀ ਤੇ ਉਹਨਾਂ ਨੂੰ ਪੜ੍ਹਾਈ ਤੋਂ ਵਾਂਝੇ ਹੋਣਾ ਪੈ ਰਿਹਾ, ਜਾਂ ਜਿਹਨੇ ਪੜ੍ਹਾਤੀ ਹੈ ਤੇ ਉਹਨਾਂ ਅਦਾਰਿਆਂ ਨੂੰ ਕੁਝ ਨਹੀਂ ਮਿਲ ਰਿਹਾ। ਇਸ ਕਰਕੇ ਸਰਕਾਰ ਦੇ ਵਿੱਚ ਇੱਛਾ ਸ਼ਕਤੀ ਨਹੀਂ ਹੈ। ਮੈਂ ਤਾਂ ਇਹ ਕਹੂੰਗਾ, ਜਿਸ ਤਰ੍ਹਾਂ ਜੇ ਹੁਣ ਮੰਨ ਲਓ ਕੈਬਨਿਟ ਮੰਤਰੀ ਦਾ ਮੈਂ ਵੀ ਰੰਧਾਵਾ ਸਾਹਿਬ ਦਾ ਬਿਆਨ ਸੁਣਿਆ ਹੈ, ਜੇ ਉਹ ਕਹਿੰਦਾ ਮੰਤਰੀ ਨੂੰ ਲੋੜ ਹੀ ਨਹੀਂ ਹੈ, ਪਹਿਲੀ ਗੱਲ ਤਾਂ ਜੇ ਉਹਨੇ ਚਾਰਜ ਨਹੀਂ ਲਿਆ ਤੇ ਉਹਦੇ ਕੋਲੇ ਫਾਈਲਾਂ ਘਰੇ ਕਿਵੇਂ ਜਾਵੜੀਆਂ, ਤੇ ਦੂਜੀ ਗੱਲ ਜੇ ਮੰਨ ਲਓ ਕਹਿੰਦੇ ਆ ਵੀ ਲੋੜ ਹੀ ਨਹੀਂ ਹੈ, ਫਿਰ ਭਾਈ ਤੁਸੀਂ ਸਾਰੇ ਹੀ ਖਰਚਾ ਬੰਦ ਕਰੋ ਤੇ ਅਫਸਰਸ਼ਾਹੀ ਤਾਂ ਸਰਕਾਰ ਚਲਾ ਹੀ ਲਊਗੀ, ਫਿਰ ਤੁਹਾਡੀ ਕੀ ਲੋੜ ਰਹੇਗੀ। ਚੱਲ ਹੀ ਰਿਹਾ ਸਭ ਕੁਝ ਠੀਕ ਹੈ। ਇਕਬਾਲ ਸਿੰਘ ਜੀ, ਇੱਕ ਅਹਿਮ ਮੁੱਦਾ ਹੋਰ ਵੀ ਹੈ ਜਿਹੜਾ ਗੰਭੀਰ ਮੁੱਦਾ ਪੰਜਾਬ ਦਾ, ਨਸ਼ਿਆਂ ਦਾ ਮੁੱਦਾ। ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ, ਨਸ਼ਿਆਂ ਨਾਲ ਮੌਤਾਂ ਹੋ ਰਹੀਆਂ। ਸਰਕਾਰ ਗੰਭੀਰਤਾ ਕਹਿੰਦੀ ਹੈ, ਦਿਖਾ ਰਹੇ ਹਾਂ ਅਸੀਂ, ਮੀਟਿੰਗਸ ਵੀ ਹੋਈਆਂ, ਡੀਜੀਪੀ ਨੇ ਵੀ ਮੀਟਿੰਗ ਕੀਤੀਆਂ, ਪਰ ਅਜਿਹੀ ਗੱਲ ਪਹਿਲਾਂ ਵੀ ਹੋਈ ਸੀ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ। SIT ਬਣਾਈ ਗਈ, ਸਪੈਸ਼ਲ ਟਾਸਕ ਫੋਰਸ ਵੀ ਬਣਾਈ ਗਈ ਕਿ ਕੇਸਿਸ ਦੇਖੇ ਜਾਣਗੇ, ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਸਗੋਂ ਪਰਨਾਲਾ ਮੈਂ ਤਾਂ ਲੱਗਦਾ ਉਸ ਤੋਂ ਜ਼ਿਆਦਾ ਵੀ ਗੰਭੀਰ ਮੁੱਦਾ ਹੋ ਗਿਆ ਕਿ ਪਹਿਲਾਂ ਤਾਂ ਭਾਵੇਂ ਥੋੜਾ ਬਹੁਤਾ ਲੱਗਦਾ ਸੀਗਾ ਕਿ ਥੋੜੀ ਸਖਤੀ ਹੈਗੀ ਹੈ, ਹੁਣ ਤਾਂ ਸ਼ਰੇਆਮ ਹਰ ਗਲੀ, ਹਰ ਨੁੱਕਰ, ਹਰ ਮੁਹੱਲੇ ਦੇ ਵਿੱਚ ਨਸ਼ਾ ਮਿਲ ਰਿਹਾ ਤੇ ਸਰਕਾਰ ਸੁੱਤੀ ਪਈ ਹੈ। ਬਿਲਕੁਲ ਹਰਪ੍ਰੀਤ ਜੀ, ਸਹੀ ਕਹਿ ਰਹੇ ਹੋ ਤੁਸੀਂ। ਜੇ ਇਹਨਾਂ ਨੇ ਵਾਅਦੇ ਕੀਤੇ ਸੀ ਵੀ ਅਸੀਂ ਨਸ਼ੇ ਦਾ ਲੱਕ ਤੋੜ ਦੂੰਗੇ, ਨਸ਼ੇ ਦਾ ਲੱਕ ਨਹੀਂ ਇਹਨਾਂ ਨੇ ਤੋੜਿਆ, ਇਹਨਾਂ ਨੇ ਆਪਣੇ ਵਾਅਦਿਆਂ ਦਾ ਲੱਕ ਜ਼ਰੂਰ ਤੋੜਤਾ। ਉਹਦੀ ਕਿਆ ਮਿਸਾਲ ਇਹਨਾਂ ਨੇ ਦਿੱਤੀ ਹੈ, ਜਿਹੜਾ ਆਪਣਾ ਬਣਾਈ ਸੀ SIT, ਉਹਦਾ ਇਹਨਾਂ ਨੇ ਚੀਫ ਬਦਲਤਿਆ, ਲਿਆਏ ਸੀ ਉਹਨੂੰ ਕਿਹੜੀ ਸਟੇਟ ਤੋਂ ਲਿਆਏ ਸੀ ਮੈਂ ਹੁਣ ਯਾਦ ਨਹੀਂ ਆ ਰਿਹਾ, ਤੇ ਲਿਆਏ ਸੀ ਉਹਨੂੰ ਸਪੈਸ਼ਲ ਵੀ ਹਾਂ ਇਹ ਸਾਡਾ ਇੱਥੇ ਨਸ਼ਾ ਖਤਮ ਕਰੋ, ਪਰ ਉਹਨੂੰ ਬਦਲਣ ਦੇ ਕੀ ਕੰਮ। ਫਿਰ ਉਪਾਧਿਆ ਚਟੋਪਾਧਿਆ ਜੀ ਨੇ, ਉਹਦੇ ਚ ਅਫਸਰ ਜਿੰਨੇ ਇਨਵੋਲਵ ਸੀ, ਹਾਈ ਕੋਰਟ ਨੇ ਬਣਾਈ ਸੀ ਜਿਹੜੀ ਕਮੇਟੀ, ਜਦੋਂ ਅਫਸਰਾਂ ਦੇ ਨਾਂ ਆਏ, ਚਟੋਪਾਧਿਆ ਜੀ ਨੂੰ ਬੁਲਾ ਕੇ CM ਸਾਹਿਬ ਨੇ ਝਾੜਤਾ ਵੀ ਤੂੰ ਅਫਸਰਾਂ ਦੇ ਨਾਂ ਨਾ ਲੈ, ਮਤਲਬ ਉਹਨੂੰ ਚੁੱਪ ਕਰਾਤਿਆ। ਮਤਲਬ ਤੁਸੀਂ ਦੱਸੋ ਫਿਰ ਸੀਰੀਅਸ ਕਿੱਥੇ ਹੈ ਇਹ? ਕਾਨੂੰਨ ਨਾਂ ਦੀ ਚੀਜ਼ ਨਹੀਂ ਹੈ, ਬਹੁਤ ਬੁਰਾ ਹਾਲ ਹੈ। ਮਤਲਬ ਕੋਈ ਬੰਦਾ ਪੰਜਾਬ 'ਚ ਇਸ ਟਾਈਮ ਕੋਈ ਡਰ ਨਹੀਂ ਰਿਹਾ ਕਾਨੂੰਨ ਤੋਂ। ਇੱਕ ਅੱਜ ਮੈਂ ਵੀਡੀਓ ਦੇਖ ਰਿਹਾ ਸੀ, ਉਹਨੇ ਪਿੰਡ ਦਾ ਨਾਂ ਨਹੀਂ ਪਾਇਆ, ਇੰਨੀ ਮਤਲਬ ਦੇਖਣ ਜੋਗੀ ਮਤਲਬ ਦੇਖ ਨਹੀਂ ਸੀ ਹੁੰਦੀ, ਉਹਦੇ ਕੁੜੀ ਦੇ ਦੋਏ ਹੱਥ ਵੜਤੇ, ਦੋਏ ਉਹਦੇ ਪੈਰ ਵੜਤੇ, ਮਤਲਬ ਉਹਦੀ ਸੁਣਵਾਈ ਨਹੀਂ ਹੋ ਰਹੀ। ਸ਼ਾਇਦ ਉਹਦੇ ਕਿਤੇ ਨਾ ਕਿਤੇ ਕਿਸੇ ਰਾਜਨੀਤਿਕ ਸੰਬੰਧ ਹੋਣੇ ਉਹਦੇ ਸਹੁਰੇ ਪਰਿਵਾਰ ਦੇ। ਮਤਲਬ ਇੱਥੇ ਤੱਕ ਲੋਕਾਂ ਦਾ ਡਰ ਭੈ ਚੱਕਿਆ ਗਿਆ ਵੀ ਕਿਸੇ ਦੀ ਧੀ ਭੈਣ ਦੇ ਹੱਥ ਪੈਰ ਵੀ ਵੱਢ ਦੋ ਤਾਂ ਕੋਈ ਇੱਥੇ ਪੁੱਛਣ ਵਾਲਾ ਨਹੀਂ ਹੈਗਾ। ਮਤਲਬ ਬਾਪ ਪੁੱਤ ਤੋਂ ਤੰਗ ਹੋ ਕੇ ਇਕੱਲੇ ਪੁੱਤ ਤੋਂ ਉਹਨੂੰ ਵੱਢ ਦਿੰਦਾ ਹੈਗਾ, ਮਾਂ ਨੂੰ ਮਾਰ ਦਿੰਦਾ। ਮਤਲਬ ਸੈਂਸਿਟਿਵ ਜਿਹੜੀ ਬੰਦਿਆਂ ਦੀ ਹੈਗੀ ਸਾਡੇ ਪੰਜਾਬੀਆਂ ਦੀ, ਉਹ ਖਤਮ ਹੋ ਚੁੱਕੀ। ਇਸ ਕਰਕੇ ਇਹ ਮਤਲਬ ਇਹਨਾਂ ਨੂੰ ਦਿਖਦਾ ਨਹੀਂ ਹੈਗਾ। ਬਹੁਤ ਰੋਣ ਹਾਕੇ ਹੋਏ ਹੋਏ ਲੋਕ, ਇਹਨਾਂ ਨੂੰ ਸ਼ਰਾਫ ਮਾਰ ਜਾਣਾ ਮੈਨੂੰ ਤਾਂ ਹੋਰ ਲੱਗਦਾ। ਦੇਖੋ ਇੱਥੇ ਦੁਨੀਆ ਪਰ ਆਪਾਂ ਹੁੰਨੇ ਆ, ਕੁਛ ਚੰਗੇ ਕੰਮ ਕਰਕੇ ਜਾਓ। ਦੁਨੀਆ ਹਮੇਸ਼ਾ ਲੱਖਾਂ ਕਰੋੜਾਂ ਸਾਲ ਤੋਂ ਚੱਲ ਰਹੀ ਹੈ। ਤਰਲੋਚਨ ਜੀ, ਇੱਕ ਆਖਰੀ ਸਵਾਲ ਤੁਹਾਡੇ ਤੋਂ ਲਾਂਗਾ। ਦੋ ਉਦਾਹਰਨਾਂ ਹੁਣੇ ਅਸੀਂ ਦੇਖਿਆ ਨੇ। ਇੱਕ ਉਦਾਹਰਨ, ਇੱਕ ਪਿਓ ਨੇ ਆਪਣੇ ਪੁੱਤਰ ਨੂੰ ਵੱਢਤਾ, ਸਿਰਫ ਇਸ ਲਈ ਵੱਢਤਾ ਕਿਉਂਕਿ ਉਹ ਨਸ਼ਾ ਬਹੁਤ ਕਰਦਾ ਸੀ, ਘਰ ਦਾ ਸਮਾਨ ਵੇਚਦਾ ਸੀ। ਦੂਜਾ ਮਾਮਲਾ ਸਾਹਮਣੇ ਆਇਆ ਸੀ ਕਿ ਵੀਡੀਓ ਵਾਇਰਲ ਕੀਤੀ ਇੱਕ ਪਿਓ ਨੇ ਆਪਣੇ ਪੁੱਤਰ ਦੇ ਕੁਟਾਪੇ ਦੀ, ਕਿ ਘੱਟੋ ਘੱਟ ਇਹਨੂੰ ਥੋੜੀ ਸ਼ਰਮ ਆ ਜਾਏ ਕਿ ਦੁਨੀਆ ਸਾਹਮਣੇ ਮੈਂ ਇਹਨੂੰ ਕੁੱਟ ਰਿਹਾ ਕਿਉਂਕਿ ਇਹ ਨਸ਼ੇ ਬੜੇ ਕਰਦਾ। ਇੱਥੋਂ ਤੱਕ ਹਾਲਾਤ ਪੁੱਜ ਗਏ ਨੇ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਾਰਨਾ ਤੱਕ ਪੈ ਰਿਹਾ ਨਸ਼ੇ ਕਰਕੇ। ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਗੰਭੀਰ ਮਸਲਾ ਕੋਈ ਹੈ ਹੀ ਨਹੀਂ। ਫਿਰ ਇਸ ਤੋਂ ਵੱਧ ਕੁਛ ਨਹੀਂਗਾ ਹਰਪ੍ਰੀਤ ਜੀ। ਰੋਜ਼ ਇਦਾਂ ਦੀਆਂ ਖਬਰਾਂ ਦੇਖੀ ਦੀਆਂ, ਕਿਸੇ ਪੁੱਤ ਨੇ ਆਪਣੀ ਮਾਂ ਦੇ ਸਿਰ ਤੇ ਹਥੌੜਾ ਮਾਰਿਆ ਕਿਉਂਕਿ ਉਹਨੇ ਡਰੱਗ ਦੀ ਪੁੜੀ ਲਈ ਉਹਨੂੰ ਪੈਸੇ ਨਹੀਂ ਦਿੱਤੇ। ਇਦਾਂ ਦੇ ਬਹੁਤ ਕੇਸ ਨੇ। ਔਰ ਤੁਸੀਂ ਅੱਖਾਂ ਮੀਟ ਕੇ ਸੋਚੋ, ਜਿਹਦਾ ਪੁੱਤ ਡਰੱਗ ਖਾਂਦਾ ਹੋਊਗਾ ਔਰ ਰੋਜ਼ ਮਾਂ ਪਿਓ ਉਹਨੂੰ ਡਰੱਗ ਲਈ ਪੈਸੇ ਦਿੰਦੇ ਹੋਣਗੇ ਵੀ 4 ਦਿਨ ਜਿਉਲੇ, ਮਤਲਬ ਉਹਦੇ ਘਰ ਕੀ ਬੀਤਦੀ ਹੋਊਗੀ। ਔਰ ਇਹ ਘਰ ਘਰ ਦੀ ਕਹਾਣੀ ਬਣ ਰਹੀ ਹੈ। ਔਰ ਇਸੇ ਤੋਂ ਡਰ ਕੇ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਆ। ਕਿੰਨਾ ਵੱਡਾ ਖਲਾ ਆ, ਮਤਲਬ ਕਿੰਨਾ ਵੱਡਾ ਖਲਾ ਜਿਹੜੇ ਪੇਰੈਂਟਸ ਮਜਬੂਰੀ 'ਚ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ, ਇਸੇ ਕਰਕੇ ਵੀ ਡਰੱਗ ਅਪਰਾਧ ਨਾਲ ਨਾ ਕਿਤੇ ਚੰਬੜ ਜਾਵੇ। ਇਸ ਤੋਂ ਵੱਡਾ ਸੰਤਾਪ ਕੀ ਹੋ ਸਕਦਾ ਹੈ। ਔਰ ਸਰਕਾਰ ਦੇਖੋ ਕਦੋਂ ਤੋਂ ਚੱਲ ਰਿਹਾ,
ਇਹ ਸਾਰਾ ਕੁਝ ਕਦੋਂ ਤੋਂ ਵਰਤਾਰਾ ਚੱਲ ਰਿਹਾ ਇਹ ਦਿਸਣਾ ਚਾਹੀਦਾ ਵੀ ਸਰਕਾਰ ਨੇ action ਕਮਾਲ ਦੇ ਕਰ ਵਿੱਚ। ਦਿੱਤੀ। ਮੈਂ ਕਹਿੰਦਾ ਠੀਕ ਹੈ, ਇਹ ਇੱਕ ਦਿਨ ਦਾ ਚਲੋ ਕੈਪਟਨ ਸਾਹਿਬ ਨੇ ਵੋਟਾਂ ਲੈਣ ਲਈ 4 ਹਫ਼ਤੇ ਕਹਿਤੇ, ਭਾਵੇਂ 1 ਹਫ਼ਤਾ ਹੀ ਕਹਿ ਦਿੰਦੇ, ਕੋਈ ਗੱਲ ਨਹੀਂ, ਹੋ ਗਿਆ, ਸਰਕਾਰ ਬਣ ਗਈ। ਇੰਨੀ ਪਾਵਰ ਇੱਕ ਮੁੱਖ ਮੰਤਰੀ ਜਿਹਦੇ ਹੱਥ 'ਚ ਪੰਜਾਬ ਦੇ ਲੋਕਾਂ ਨੇ ਆਪਣੀ ਕਿਸਮਤ, ਆਪਣੀ ਵਾਗਡੋਰ ਦੇ ਦਿੱਤੀ ਹੋਵੇ ਤੇ ਉਹਦੇ ਬਾਵਜੂਦ ਇਹ ਦਿਸੇ ਨਾ ਵੀ ਡਰੱਗ ਤੇ ਕੋਈ ਅਸਰ ਪਿਆ, ਬਹੁਤ ਮਾੜੀ ਗੱਲ ਹੈ। ਫਿਰ ਮੈਂ ਉਹੀ ਗੱਲ ਕਹਿੰਦਾ, ਕੀ ਕਰਨਾ ਹੈ? ਮੈਂ ਕਹਿੰਦਾ ਪੰਜਾਬ ਚੰਡੀਗੜ੍ਹ 'ਚ ਮੰਤਰੀਆਂ ਦੀ ਲੋੜ ਹੀ ਕੀ ਹੈ? ਪੰਜਾਬ ਤੇ ਖਤਮ ਹੋ ਰਿਹਾ। ਇਹਨਾਂ ਨੂੰ ਕਹਿਣ ਵੀ 3 ਮਹੀਨੇ ਤੁਸੀਂ ਚੰਡੀਗੜ੍ਹ ਨਹੀਂ ਵੜਨਾ, ਆਪਣੇ ਹਲਕਿਆਂ 'ਚ ਜਾਓ, ਆਪਣੇ ਐਮਐਲਏ ਨਾਲ ਲੈ ਕੇ ਉੱਥੇ ਬੈਠੋ ਤੇ ਡਰੱਗ ਨੂੰ ਖਤਮ ਕਰਕੇ ਫਿਰ ਚੰਡੀਗੜ੍ਹ ਆਓ। ਪਰ ਇਹ ਅਫਸੋਸ ਹੈ ਵੀ ਜੋ ਹੋਣਾ ਚਾਹੀਦਾ ਸੀ ਉਹਦਾ ਕੋਈ 15-20% ਵੀ ਨਹੀਂ ਦਿਸ ਰਿਹਾ। ਇਹਨੂੰ ਆਫਤ ਸਮਝ ਕੇ ਪੰਜਾਬ 'ਚ ਡਰੱਗ ਨੂੰ ਇੱਕ ਆਫਤ ਸਮਝ ਕੇ ਬਹੁਤ ਵੱਡਾ ਐਕਸ਼ਨ ਕਰਨ ਦੀ ਲੋੜ ਹੈ, ਤਾਂ ਹੀ ਪੰਜਾਬ ਬਚ ਸਕਦਾ ਜੀ ਬਿਲਕੁਲ। ਬਹੁਤ ਸਾਰੀਆਂ ਅਲਾਮਤਾਂ ਨੇ ਜਿਹੜੀਆਂ ਡਿਸਕਸ ਵੀ ਹੋਈਆਂ ਨੇ, ਔਰ ਉਮੀਦ ਅਸੀਂ ਇਹ ਕਰਦੇ ਹਾਂ ਕਿ ਸਰਕਾਰੀ ਦਰਬਾਰੇ ਘੱਟੋ ਘੱਟ ਆਵਾਜ਼ ਜ਼ਰੂਰ ਪਹੁੰਚੇ, ਕਿਉਂਕਿ ਧਰਨੇ ਪ੍ਰਦਰਸ਼ਨ ਚੱਲਦੇ ਰਹਿਣੇ ਨੇ। ਅਸਰ ਤਾਂ ਹੀ ਸਮਝ ਆਏਗਾ ਜੇਕਰ ਸਰਕਾਰ ਕੋਈ ਐਕਸ਼ਨ ਲਏਗੀ ਇਹਨਾਂ ਸਾਰੇ ਮੁੱਦਿਆਂ ਤੇ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਜੁੜੇ ਰਹਿਣ ਦੇ ਲਈ। ਸੋ ਹੁਣ ਲੋਕ ਆਵਾਜ਼ ਬਣਦੀ ਹੋਈ ਦਿਖ ਰਹੀ ਹੈ, ਲੋਕ ਖੁਦ ਵੀਡੀਓ ਬਣਾ ਕੇ ਵਾਇਰਲ ਕਰ ਰਹੇ ਨੇ, ਭਾਵੇਂ ਉਹ ਨਸ਼ਿਆਂ ਦਾ ਮੁੱਦਾ ਹੋਵੇ, ਕਰਜ਼ਿਆਂ ਦਾ ਮੁੱਦਾ ਹੋਵੇ, ਜਾਂ ਵੱਧਦੀ ਮਹਿੰਗਾਈ ਦਾ ਮੁੱਦਾ ਹੋਵੇ, ਜਾਂ ਬਿਜਲੀ ਦਾ ਮੁੱਦਾ ਹੋਵੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।